ਤੇ ਕਿਹਾ ਜਾਂਦਾ ਕਿ ਉਸ ਕਿਲੇ ਤੇ ਬੜੀ ਵਾਰ ਹੱਲਾ ਹੋਇਆ ਪਰ ਇੱਕ ਵੀ ਵਾਰ ਫਤਿਹ ਨਹੀਂ ਕਰ ਸਕੇ। ਉਹ ਇੰਨਾ ਕਮਾਲ ਦਾ ਪ੍ਰੋਟੈਕਟਡ। ਤਾਂ ਇੱਕ ਬੜਾ ਕਮਾਲ ਦਾ ਇਸ ਵੇਲੇ ਜਿੱਥੇ ਸੜਕ ਤੇ ਜਾਂਦਿਆਂ ਕਈ ਵਾਰ ਤਾਂ ਇਹ ਨਹੀਂ ਪਤਾ ਲੱਗਦਾ ਵੀ ਤੁਸੀਂ ਅਮਰੀਕਾ ਜਾਂ ਕੈਨੇਡਾ 'ਚ ਜਾ ਰਹੇ ਹੋ ਜਾਂ ਭਾਰਤ ਦੀ ਸੜਕ ਤੇ ਜਾ ਰਹੇ ਹੋ। ਸਾਡੀ ਕੁਦਰਤ ਨੂੰ ਖਤਮ ਕਰ ਰਹੀ ਹੈ ਦਿੱਲੀ। ਇਸ ਤਰੀਕੇ ਉਹ ਲਗਭਗ ਗਾਲ ਕੱਢ ਕੇ ਜਾਂ ਮਾੜੀ ਸ਼ਬਦਾਵਲੀ ਬੋਲ ਕੇ ਦਿੱਲੀ ਦਾ ਨਾਮ ਲੈਂਦੇ ਨੇ ਕਿ ਦਿੱਲੀ ਜੱਪ ਗਈ। ਤਾਂ ਉੱਥੇ ਹਰ ਹਫ਼ਤੇ ਭਰ ਕੇ ਟਰੱਕ ਜਾਂਦਾ ਜੇ ਬੱਕਰਿਆਂ ਦਾ। ਹੁਣ ਇੱਥੇ ਬੱਕਰੀਆਂ ਪਾਲਦੇ ਨੇ ਸਾਰੀਆਂ ਜੀ, ਉਹ ਬੱਕਰੇ ਉੱਥੋਂ ਲੈ ਕੇ ਜਾਂਦੇ ਨੇ ਕਿ ਇਹ ਸਾਰੇ ਦਿੱਲੀ ਦੇ ਵਿੱਚ ਵੱਢੇ ਜਾਣੇ ਨੇ, ਵੱਡੇ ਹੋਟਲਾਂ ਵਿੱਚ, ਛੋਟੇ ਹੋਟਲਾਂ ਵਿੱਚ, ਢਾਬਿਆਂ ਤੇ। ਬਲੈਕ ਵਾਟਰ ਦਾ ਅੱਜ ਕੱਲ੍ਹ ਜ਼ਿਕਰ ਹੋ ਰਿਹਾ ਜੇ ਕਿ ਬਹੁਤ ਵੱਡੇ ਵੱਡੇ ਹੀਰੋ ਹੀਰੋਇਨ ਬਲੈਕ ਵਾਟਰ ਪੀ ਰਹੇ ਨੇ। ਉਹ ਜ਼ਿੰਦਗੀ ਦਿੰਦਾ, ਉਹਦੀ ਕੋਈ 1000 ਰੁਪਏ ਦੀ ਬੋਤਲ ਲੈ ਰਿਹਾ, ਕੋਈ 250 ਦੀ ਲੈ ਰਿਹਾ। ਜੇ ਜ਼ਹਿਰੀਲਾ ਸੱਪ ਕੱਟ ਜਾਏ ਤਾਂ ਉਹ ਝਾੜਾ ਫੂਕ ਕਰਦੇ ਨੇ ਤੇ ਬਹੁਤੀ ਵਾਰ ਤਾਂ ਉਹਨਾਂ ਦੀ ਮੌਤ ਹੀ ਹੋ ਜਾਂਦੀ ਜੇ। ਜਾਨੀ ਹਸਪੀਟਲ ਅਜੇ ਤੱਕ ਨਹੀਂ ਇੰਨਾ ਪਛੜਿਆ ਥਾਂ ਜੇ। ਸੋ ਤੁਸੀਂ ਦੱਸਿਆ ਕਿ ਉਸ ਏਰੀਆ ਦੇ ਵਿੱਚ ਕੋਈ ਹਸਪੀਟਲ ਹੀ ਹੈ ਨਹੀਂ, ਤਾਂ ਹਸਪੀਟਲ ਦੀ ਮੈਨੂੰ ਲੱਗਦਾ ਉਹਨਾਂ ਨੂੰ ਲੋੜ ਹੀ ਨਹੀਂ ਜਿਨ੍ਹਾਂ ਦਾ ਖਾਣ ਪਾਣ ਇੰਨਾ ਵਧੀਆ। ਕਿਵੇਂ ਉਹ ਵਾਲਾਂ ਨੂੰ ਰੰਗਦੇ ਸੀ ਕੁਦਰਤੀ ਢੰਗ ਨਾਲ, ਕਿਹੜੇ ਲਾਲੀਆਂ ਕਿਵੇਂ ਲਾਉਂਦੇ ਸੀ, ਜਾਂ ਜੋ ਅੱਖਾਂ ਦੀ ਖੂਬਸੂਰਤੀ ਕਿਸ ਤਰੀਕੇ ਦੇ ਸੁਰਮੇ ਨਾਲ, ਬਦਾਮ ਕਿੱਥੇ ਕੁੱਟਦੇ ਸੀ। ਯਾਨੀ ਇਹੋ ਜਿਹੀਆਂ ਕਮਾਲ ਦੀਆਂ ਚੀਜ਼ਾਂ ਮੈਂ ਜ਼ਿਆਦਾਤਰ ਥਾਵਾਂ ਤੇ ਬਚੀਆਂ ਵੇਖੀਆਂ ਨੇ। ਬਾਜਰਾ ਜਾਂ ਰਾਗੀ ਤੇ ਇਹ ਦੋਨੋਂ ਹੀ ਬੜੇ ਅਸਰਦਾਰ ਅੰਨ ਨੇ ਜਿਨ੍ਹਾਂ ਦੇ ਨਾਲ ਸ਼ੱਕਰ ਰੋਗ ਨਹੀਂ ਹੁੰਦਾ। ਕੈਂਸਰ ਵਰਗੀ ਚੀਜ਼ ਉਹ ਕਹਿੰਦੇ ਸਾਡੇ ਕਦੇ ਹੋਈ ਨਹੀਂ ਇਸ ਇਲਾਕੇ 'ਚ। ਮੈਂ ਕੋਈ ਇੱਕ ਵੀ ਬੰਦਾ ਉੱਥੇ ਮੋਟਾਪੇ ਦਾ ਸ਼ਿਕਾਰ ਨਹੀਂ ਵੇਖਿਆ, ਕਿਸੇ ਦੇ ਗੋਡੇ ਨਹੀਂ ਦੁਖਦੇ। ਬਜ਼ੁਰਗ ਔਰਤਾਂ ਫਟਾਫਟ ਧੜਾ-ਧੜ ਤੁਰੀਆਂ ਫਿਰੀਆਂ ਜਾਂਦੀਆਂ ਨੇ। ਜਿਵੇਂ ਮੈਂ ਦੱਸਿਆ ਕਿ 800 ਸਾਲ ਪੁਰਾਣਾ ਵੀ ਜੇ ਇਹਨਾਂ ਲੋਕਾਂ ਨੂੰ ਨੀਵੀਂ ਜਾਤ ਕਹਿ ਕੇ ਵੱਖ ਰੱਖਿਆ ਤਾਂ ਅੱਜ ਵੀ ਉਹੀ ਕੁਝ ਤੁਰੀ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਤਾਲੀਫਾ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੱਖੋ ਵੱਖਰੇ ਟੌਪਿਕਸ ਤੇ, ਖਾਸ ਕਰਕੇ ਉਹਨਾਂ ਗੱਲਾਂ ਬਾਤਾਂ ਤੇ ਜੋ ਆਪਾਂ ਅਕਸਰ ਘਰ ਦੇ ਵਿੱਚ ਕਰਦੇ ਹਾਂ। ਕਈ ਸਵਾਲਾਂ ਦੇ ਜਵਾਬ ਸਾਨੂੰ ਚਾਹੀਦੇ ਹੁੰਦੇ ਨੇ ਪਰ ਅਸੀਂ ਸੋਚਦੇ ਹਾਂ ਕਿ ਕਿਸ ਤੋਂ ਪੁੱਛੀਏ। ਸੋ ਉਹੀ ਸਵਾਲਾਂ ਦੇ ਜਵਾਬ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਤਾਂ ਸਾਰੇ ਹੀ ਸਵਾਲਾਂ ਤੇ ਸਾਡੇ ਨਾਲ ਬਣਦੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਤੁਸੀਂ ਰੈਗੂਲਰ ਤੌਰ ਤੇ ਮੈਨੂੰ ਨਾਲ ਲਿਆਉਂਦੇ ਹੋ ਨਾ, ਇਸੇ ਕਰਕੇ ਤੁਹਾਡੇ ਨਾਲ ਨਾਲ ਮੇਰੀ ਵੀ ਬੱਲੇ ਬੱਲੇ ਹੋ ਜਾਂਦੀ ਹੈ। ਜਦ ਕਿ ਮੈਨੂੰ ਪਤਾ ਹੈ ਕਿ ਲੋਕ ਸੁਣਨਾ ਤੁਹਾਨੂੰ ਚਾਹੁੰਦੇ ਨੇ, ਪਰ ਨਾਲੋਂ ਨਾਲ ਮੇਰੀ ਆਪਣੇ ਆਪ ਹੀ ਕਹਿੰਦੇ ਨੇ ਨਾ ਕਿ ਸੂਰਜ ਦੀ ਰੋਸ਼ਨੀ 'ਚ ਹੋਰ ਵੀ ਬਹੁਤ ਕੁਝ ਲਿਸ਼ਕ ਜਾਂਦਾ। ਮੈਮ ਤੁਸੀਂ ਜਿਵੇਂ ਮਰਜ਼ੀ ਲਾ ਲਓ, ਪਰ ਮੇਨ ਗੱਲ ਤਾਂ ਇਹ ਹੈ ਜੀ ਕਿ ਦਰਸ਼ਕਾਂ ਦੇ ਨਾਲ ਤੁਹਾਡੀ ਸਾਂਝ ਬਣਾਉਣ ਦਾ ਮੈਂ ਇੱਕ ਜ਼ਰੀਆ ਬਣ ਜਾਂਦੀ ਹਾਂ। ਕਿ ਸ਼ੁਰੂਆਤ ਮੈਂ ਕਰਦੀ ਹਾਂ ਕਿ ਜਿਹੜੇ ਉਹਨਾਂ ਦੇ ਸਵਾਲ ਹੁੰਦੇ ਨੇ ਜਾਂ ਜਿਹੜੇ ਉਹਨਾਂ ਦੇ ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ, ਬਹੁਤ ਸਾਰੇ ਸੁਨੇਹੇ ਆਉਂਦੇ ਨੇ, ਤਾਂ ਚਾਹੁੰਦੀ ਹੁੰਦੀ ਹਾਂ ਕਿ ਤੁਹਾਡੇ ਤੱਕ ਉਹ ਚੀਜ਼ਾਂ ਪਹੁੰਚਾਈਆਂ ਜਾਣ। ਕਿਉਂਕਿ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਕਿ ਡਾਕਟਰ ਹਰਸ਼ਿੰਦਰ ਕੌਰ ਜਿੱਥੇ ਬੱਚਿਆਂ ਦੇ ਮਾਹਰ ਡਾਕਟਰ ਨੇ, ਤਾਂ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਉਹਨਾਂ ਦਾ ਬਿਜ਼ੀ ਸ਼ਡਿਊਲ ਹੁੰਦਾ, ਘਰ ਪਰਿਵਾਰ ਵੀ ਵੇਖਣਾ, ਸਮਾਜਿਕ ਸੰਸਥਾਵਾਂ ਦੇ ਨਾਲ ਉਹ ਜੁੜੇ ਹੋਏ ਨੇ, ਹੋਰ ਬਾਕੀ ਸਾਰੇ ਕੰਮ ਕਰਨਾ। ਤਾਂ ਬਹੁਤ ਔਖਾ ਹੋ ਜਾਂਦਾ ਕਿ ਆਪਣੀ ਰੋਜ਼ਮਰਾ ਇੱਕ ਜ਼ਿੰਦਗੀ ਦੇ ਵਿੱਚੋਂ ਇੱਕ ਸਮਾਂ ਕੱਢ ਪਾਉਣਾ। ਪਰ ਫਿਰ ਵੀ ਇਹ ਅਸੀਂ ਦਾਦੇ ਨਹੀਂ ਬਣਦੇ ਇਹਨਾਂ ਦੀ ਕਿ ਫਿਰ ਵੀ ਇਹ ਦਰਸ਼ਕਾਂ ਦੇ ਨਾਲ ਜੁੜੇ ਰਹਿੰਦੇ ਨੇ, ਵੱਖੋ ਵੱਖਰੇ ਚੈਨਲਸ ਦੇ ਨਾਲ ਜੁੜ ਕੇ ਦਰਸ਼ਕਾਂ ਤੱਕ ਆਪਣੇ ਸੁਨੇਹੇ ਨੇ ਜਿਹੜੇ ਉਹ ਪਹੁੰਚਾਉਂਦੇ ਰਹਿੰਦੇ ਨੇ। ਭਾਵੇਂ ਉਹ ਸਮਾਜ ਦੇ ਨਾਲ ਰਿਲੇਟਡ ਕੋਈ ਸੁਨੇਹਾ ਹੋਵੇ, ਕਿਸੇ ਬਿਮਾਰੀ ਦੇ ਨਾਲ ਰਿਲੇਟਡ ਹੋਵੇ, ਕਿਸੇ ਨੂੰ ਕੁਝ ਸੁਚੇਤ ਕਰਨਾ ਹੋਵੇ। ਤੇ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਦਰਸ਼ਕਾਂ ਵੱਲੋਂ ਬਹੁਤ ਸਾਰੇ ਸੁਨੇਹੇ ਨੇ ਜਿਹੜੇ ਮਿਲੇ ਨੇ ਕਿ ਦਰਸ਼ਕ ਕਹਿੰਦੇ ਨੇ ਕਿ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹਾਂ, ਕਿ ਜਦੋਂ ਅਸੀਂ ਇੰਡੀਆ ਆਉਣਾ ਹੋਵੇ ਤਾਂ ਮਨ ਕਰਦਾ ਵੀ ਜਿਹੜਾ ਘਰ ਪਰਿਵਾਰ ਹੈ, ਰਿਸ਼ਤੇਦਾਰ ਨੇ, ਉਹਨਾਂ ਨੂੰ ਤਾਂ ਮਿਲੀਏ। ਤਾਂ ਕਈ ਲੋਕਾਂ ਤੋਂ ਪਤਾ ਲੱਗਦਾ ਕਿ ਫਲਾਣੀ ਥਾਂ ਹੈ ਉੱਥੇ ਜ਼ਰੂਰ ਜਾਓ, ਜਾਂ ਕਿਹੜੀ ਉਹ ਜਗ੍ਹਾ ਜਿੱਥੇ ਅਸੀਂ ਹੋਰ ਬੱਚਿਆਂ ਨੂੰ ਨਾਲ ਲੈ ਕੇ ਘੁੰਮ ਫਿਰ ਸਕਦੇ ਹਾਂ, ਅਸੀਂ ਵੀ ਆਪਣੇ ਬੱਚਿਆਂ ਨੂੰ ਦਿਖਾਈਏ ਵੀ ਸਾਡੇ ਇੰਡੀਆ ਦੇ ਵਿੱਚ ਕੀ ਕੁਝ ਖਾਸ ਹੈ। ਸੋ ਮੈਮ ਦੇ ਨਾਲ ਜ਼ਿਕਰ ਕੀਤਾ ਕਿ ਮੈਮ ਆਪਾਂ ਦਰਸ਼ਕਾਂ ਨੂੰ ਜ਼ਰੂਰ ਹਰੇਕ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਨਵੀਂ ਜਗ੍ਹਾ ਜਿਹੜੀ ਉਹ ਸਾਂਝੀ ਕਰਿਆ ਕਰਾਂਗੇ। ਤਾਂ ਮੈਮ ਨੇ ਅੱਗੋਂ ਹੋਰ ਸੁਜੈਸ਼ਨ ਕੀਤਾ ਕਿ ਆਪਾਂ ਕਿਉਂ ਨਾ ਕਹਾਣੀ ਵੀ ਇਸੇ ਸਥਾਨ ਨੂੰ ਲੈ ਕੇ ਲੈ ਲਈ ਜਾਵੇ। ਸੋ ਅੱਜ ਇੱਕ ਥਾਂ ਬਾਰੇ ਜ਼ਿਕਰ ਹੋਏਗਾ ਜਿੱਥੇ ਤੁਸੀਂ ਘੁੰਮ ਫਿਰ ਸਕਦੇ ਹੋ, ਜਿੱਥੇ ਤੁਸੀਂ ਜਾ ਸਕਦੇ ਹੋ, ਤੇ ਉਹਦੇ ਨਾਲ ਰਿਲੇਟਡ ਹੀ ਇੱਕ ਕਹਾਣੀ ਵੀ ਹੋਏਗੀ। ਸੋ ਮੈਮ ਦਰਸ਼ਕਾਂ ਦੇ ਲਈ ਕਿਹੜੀ ਜਗ੍ਹਾ ਦੇ ਨਾਲ ਰਿਲੇਟਡ ਕਿਹੜੀ ਕਹਾਣੀ ਲੈ ਕੇ ਆਏ ਹੋ? ਦੇਖੋ, ਮੈਂ ਪਹਿਲਾਂ ਤਾਂ ਇਹ ਦੱਸ ਦਿਆਂ ਕਿ
ਨਵਦੀਪ ਜੀ ਇੱਕ ਪਰਫੈਕਟ ਐਗਜ਼ਾਮਪਲ ਨੇ ਕਿ ਮੌਜੂਦਾ ਅੱਜ ਦੇ ਸਮੇਂ ਦੀ ਮਾਡਰਨ ਔਰਤ ਕਿਹੋ ਜਿਹੀ ਹੁੰਦੀ ਹੈ, ਕਿਉਂਕਿ ਤੁਸੀਂ ਆਪਣਾ ਦਰਦ ਨਾ ਪਰਦੇ ਪਿੱਛੇ ਲੁਕਾ ਜਾਂਦੇ ਹੋ, ਪਰ ਮੇਰਾ ਫਰਜ਼ ਹੈ ਦੱਸਣਾ ਕਿ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਅੱਜ ਦੀਆਂ ਬੇਟੀਆਂ। ਜੇ ਅਸੀਂ ਉਹਨਾਂ ਤੇ ਕਿਸੇ ਚੀਜ਼ ਤੇ ਉਂਗਲ ਚੁੱਕਦੇ ਆ ਨਾ, ਜਿਵੇਂ ਆਪਾਂ ਪਿਛਲੀ ਕਹਾਣੀ 'ਚ ਵੀ ਜ਼ਿਕਰ ਕਰਦੇ ਸੀ ਕਿ ਨੈਗੇਟਿਵਿਟੀ ਤਾਂ ਬਹੁਤ ਛੇਤੀ ਆਉਂਦੀ, ਜੀ ਤਾਂ ਉੱਥੇ ਇੱਕ ਨਵਦੀਪ ਵਰਗੀਆਂ ਬੇਟੀਆਂ ਵੀ ਨੇ ਜਿੱਥੇ ਆਪਣਾ ਟੱਬਰ ਸਾਂਭਣਾ, ਨਿੱਕਾ ਜਿਹਾ ਬੱਚਾ ਛੱਡ ਕੇ ਆਣਾ ਸੌਖਾ ਨਹੀਂ ਹੁੰਦਾ ਮਾਂ ਲਈ, ਜੀ ਤੇ ਫਿਰ ਸਾਰਾ ਦਿਨ ਰਾਤ ਆਪਣੇ ਪਿਤਾ ਦਾ ਖਿਆਲ ਵੀ ਰੱਖਣਾ, ਹਸਪੀਟਲ ਲਿਜਾਣਾ, ਤਾਂ ਇਹ ਕੋਈ ਛੋਟੀ ਗੱਲ ਨਹੀਂ। ਇੰਨਾ ਸਾਰਾ ਕੁਝ ਦਿਲ ਵਿੱਚ ਰੱਖਦਿਆਂ ਲਗਾਤਾਰ ਕੰਮ ਵਿੱਚ ਜਾਂਦਿਆਂ ਇਸ ਤਣਾਅ ਦੇ ਅਧੀਨ ਵੀ ਜਿਸ ਖੂਬਸੂਰਤ ਮੁਸਕਰਾਹਟ ਨਾਲ ਤੁਸੀਂ ਸਾਰਿਆਂ ਦਾ ਸਵਾਗਤ ਕਰਦੇ ਹੋ, ਵਾਕਈ ਤੁਸੀਂ ਭਾਵੇਂ ਨਾ ਦੱਸਣਾ ਚਾਹੋ ਪਰ ਮੇਰਾ ਤਾਂ ਫਰਜ਼ ਹੈ ਦੱਸਣਾ ਕਿ ਇਹੋ ਜਿਹੀਆਂ ਬੇਟੀਆਂ ਤੇ ਸਾਨੂੰ ਫਖਰ ਹੈ। ਜੀ ਥੈਂਕ ਯੂ ਮੈਮ। ਜਿਹੜਾ ਮੁੱਦਾ ਅੱਜ ਦੇ ਦਿੱਤਾ ਜੇ ਨਾ, ਮੇਰਾ ਮੈਂ ਪਹਿਲਾਂ ਹੀ ਦੱਸ ਦਿਆਂ, ਉੱਕਾ ਹੀ ਮੇਰਾ ਨਹੀਂ ਹੈ। ਮੈਂ ਇਹੋ ਜਿਹੀ ਚੀਜ਼ ਕਦੇ ਵੀ ਨਹੀਂ ਕੀਤੀ। ਹੋ ਸਕਦਾ ਕੁਝ ਦੱਸਣ ਵਿੱਚ ਊਣਤਾਈਆਂ ਰਹਿ ਜਾਣ, ਕਿਉਂਕਿ ਮੈਂ ਕਿਸੇ ਥਾਂ ਦੇ ਬਾਰੇ ਜ਼ਿਕਰ ਇਦਾਂ ਦਾ ਅੱਜ ਤੱਕ ਕਦੇ ਕੀਤਾ ਨਹੀਂ, ਲਿਖਿਆ ਜ਼ਰੂਰ ਹੈ। ਅਸੀਂ ਹਮੇਸ਼ਾ ਕੁਝ ਨਵੇਂ ਮੁੱਦੇ ਲੈ ਕੇ ਆਉਂਦੇ ਹਾਂ, ਤਾਂ ਉਸ ਤੋਂ ਪਹਿਲਾਂ ਕਹਾਣੀ ਦੀ ਥਾਂ ਤੇ ਇੱਕ ਥਾਂ ਦਾ, ਕਿਉਂਕਿ ਕਿਹਾ ਗਿਆ ਬੜਿਆਂ ਵੱਲੋਂ ਕਿ ਅਸੀਂ ਇਹ ਸਮਾਂ ਜੇ ਅਸੀਂ ਆਨੇ ਆ ਵਾਪਸ ਭਾਰਤ ਵਿੱਚ, ਕੋਈ ਦੱਸ ਦਿਆ ਕਰੋ ਕੋਈ ਇਹੋ ਜਿਹਾ ਪਿਛੋਕੜ ਜਿਹਦੇ ਨਾਲ ਜੁੜਿਆ ਹੋਵੇ, ਇਤਿਹਾਸ ਜੁੜਿਆ ਹੋਵੇ, ਕੋਈ ਇਹੋ ਜਿਹੀ ਥਾਂ ਦੱਸ ਦਿਆ ਕਰੋ। ਹੋ ਸਕਦਾ ਰੂਟੀਨ ਤਾਂ ਨਾ ਬਣਾਈਏ ਇੰਨਾ, ਪਰ ਇੱਕ ਥਾਂ ਜਿੱਥੇ ਮੈਂ ਆਪ ਵੀ ਜਾ ਕੇ ਆਈ ਹਾਂ, ਮੈਂ ਉਹਦਾ ਜ਼ਿਕਰ ਕਰਦੀ ਹਾਂ। ਪਟਨ ਮਹਿਲ ਇੱਕ ਥਾਂ ਜੇ ਜੈਪੁਰ ਤੋਂ ਲਗਭਗ 120 ਕਿਲੋਮੀਟਰ ਦੂਰ ਹੈ ਤੇ ਦਿੱਲੀ ਤੋਂ ਲਗਭਗ 180 ਕਿਲੋਮੀਟਰ ਦੂਰ ਇਹ ਹੈ। ਜੇ ਅਸੀਂ ਮਤਲਬ ਮੈਂ ਆਪਣੀ ਥਾਂ ਤੋਂ ਹੀ ਗੱਲ ਕਰਦੀ ਹਾਂ ਕਿਉਂਕਿ ਮੈਂ ਗਈ ਪਟਿਆਲੇ ਤੋਂ ਸੀ, ਤਾਂ ਇੱਕ ਬੜਾ ਕਮਾਲ ਦਾ ਇਸ ਵੇਲੇ ਜਿੱਥੇ ਸੜਕ ਤੇ ਜਾਂਦਿਆਂ ਕਈ ਵਾਰ ਤਾਂ ਇਹ ਨਹੀਂ ਪਤਾ ਲੱਗਦਾ ਵੀ ਤੁਸੀਂ ਅਮਰੀਕਾ ਜਾਂ ਕੈਨੇਡਾ 'ਚ ਜਾ ਰਹੇ ਹੋ ਜਾਂ ਭਾਰਤ ਦੀ ਸੜਕ ਤੇ ਜਾ ਰਹੇ ਹੋ। ਸੋ ਹਰਿਆਣਾ ਟਰਾਂਸ ਹਰਿਆਣਾ ਐਕਸਪ੍ਰੈਸ ਵੇ ਇਸ ਵੇਲੇ ਬਣ ਚੁੱਕਿਆ ਜੇ, ਜਿੱਥੋਂ ਜੇ ਅਸੀਂ ਪਟਿਆਲਿਓਂ ਵੀ ਉੱਥੇ ਤੱਕ ਪਹੁੰਚਣਾ ਹੋਏ ਜੋ ਸ਼ਾਇਦ ਪਹਿਲਾਂ 11-12 ਘੰਟੇ ਲੱਗਦੇ ਸਨ, ਹੁਣ ਅਸੀਂ 6 ਘੰਟਿਆਂ 'ਚ ਪਹੁੰਚ ਜਾਈਦਾ। ਸਿਰਫ ਜੋ ਚੀਜ਼ ਰੜਕਦੀ ਹੈ ਕਿ ਰਾਹ 'ਚ ਇੱਕ ਵਾਰੀ ਮਿਲਦਾ ਕੁਝ ਜਿਹੜਾ ਖਾਣ ਨੂੰ, ਬਾਕੀ ਤੁਸੀਂ ਨਾਲ ਸਮਾਨ ਰੱਖ ਸਕਦੇ ਹੋ, ਪਰ ਥਾਵਾਂ ਤਿਆਰ ਹੋ ਰਹੀਆਂ ਨੇ। ਪ੍ਰੋਬੇਬਲੀ ਕਹਿ ਲਓ ਹੋਰ 6 ਮਹੀਨਿਆਂ 'ਚ ਬਹੁਤ ਸੋਹਣੀਆਂ ਖਾਣ ਦੀਆਂ, ਤੁਸੀਂ ਰੁਕਣ ਦੀਆਂ ਥਾਵਾਂ ਵੀ ਹੋਰ ਬਣ ਜਾਣਗੀਆਂ, ਆਲਰੇਡੀ ਅੰਡਰ ਕੰਸਟਰਕਸ਼ਨ। ਖੈਰ ਗੱਲ ਇਸ ਕਰਕੇ ਇਸ ਪਿੰਡ ਦੀ ਕਰਨ ਲੱਗੀ ਆ ਜਿੱਥੇ ਇੱਕ 5 ਤਾਰਾ ਹੋਟਲ ਵਰਗੀ ਉਹਨਾਂ ਨੇ ਇੱਕ ਪੁਰਾਣਾ ਜਿਹੜਾ ਮਹਿਲ ਸੀ ਉਹਨੂੰ ਕਨਵਰਟ ਕੀਤਾ ਜੇ। ਹੁਣ ਇਹਦੇ ਪਿੱਛੇ ਬੜਾ ਕਮਾਲ ਦੀ ਜੋ ਇਤਿਹਾਸ ਦੇਖੀਏ ਜੇ ਇਹਦੇ ਵਿੱਚ, ਤਾਂ ਪ੍ਰਿਥਵੀ ਰਾਜ ਚੌਹਾਨ ਜੀ ਦੇ ਅਗਲੇ ਪੂਰਵਜ ਸੀ ਇੱਕ ਦਿਗਵਿਜੇ ਸਿੰਘ, ਜੋ ਅੱਜ ਦੇ ਦਿਨ ਨੇ, ਨਾ ਕਿ ਉਹ ਜਿਹੜੇ ਤੁਸੀਂ ਮੰਤਰੀਆਂ ਦੀ ਗੱਲ ਨਹੀਂ ਕਰ ਰਹੀ, ਇਹ ਵੱਖਰੇ ਨੇ। ਉਹਨਾਂ ਦੇ ਇਹ ਇਸ ਵੇਲੇ ਸਾਂਭ ਸੰਭਾਲ ਕਰ ਰਹੇ ਨੇ। ਇਹ ਮਹਿਲ ਵੀ ਜਿਵੇਂ ਇੱਕ ਹੇਠਾਂ ਜੇ ਪਟਨ ਮਹਿਲ, ਉਹਦੇ ਉੱਪਰ ਪਹਾੜੀ ਦੇ ਅੱਧ ਕੁ ਵਿਚਕਾਰ ਜਾਓ, ਉੱਥੇ ਬਾਦਲ ਮਹਿਲ ਜੇ ਇੱਕ ਪੁਰਾਣਾ, ਫਿਰ ਉੱਪਰ ਚੋਟੀ ਤੇ ਇੱਕ ਵੱਡਾ ਕਿਲਾ ਵੀ ਜੇ। ਸੈਲਾਨੀ ਸਾਰੇ ਬਹੁਤੇ ਬਾਹਰੋਂ ਹੀ ਆਉਂਦੇ ਨੇ, ਕਾਰਨ ਬੜੀ ਇੰਟਰਸਟਿੰਗ ਹੈ ਚੀਜ਼ ਦੱਸਦੇ ਆ ਜੀ। ਹਾਲਾਂਕਿ ਇਹਦੇ ਆਲੇ ਦੁਆਲੇ ਬਹੁਤ ਖੂਬਸੂਰਤ ਫੁੱਲ ਨੇ, ਬੂਟੇ ਨੇ, ਕਿਉਂਕਿ ਪਛੜਿਆ ਜਿਹਾ ਪਿੰਡ ਹੈ ਜਿੱਥੇ ਅਜੇ ਵੀ ਤੁਸੀਂ ਦੇਖਦੇ ਹੋ ਕਿ ਔਰਤਾਂ ਘੜੇ ਚੁੱਕ ਕੇ ਲਿਜਾ ਰਹੀਆਂ ਨੇ ਘਰਾਂ ਵਿੱਚ। ਉਸੇ ਹੀ ਤਰ੍ਹਾਂ ਤੁਸੀਂ ਉਹਨਾਂ ਦੀ ਪੋਸ਼ਾਕ, ਕਿਸੇ ਤਰ੍ਹਾਂ ਤੇ ਚੁੰਨੀਆਂ, ਘੁੰਡ ਕੱਢੇ ਹੋਏ, ਬੜੇ ਰੰਗ ਬਿਰੰਗੇ ਘੱਗਰੇ, ਚੂੜੀਆਂ, ਝਾਂਜਰਾਂ, ਯਾਨੀ ਉਹ ਸਾਰਾ ਕੁਝ ਤਾਂ ਨਾ ਦਿਸਦਾ ਜੇ ਪਿੰਡ ਦਾ ਮਾਹੌਲ। ਹੁਣ ਉਹ ਚਰਚਾ ਵਿੱਚ ਕਿਉਂ ਹੁਣੇ ਰੀਸੈਂਟਲੀ ਆਇਆ, ਕਿਉਂਕਿ ਬਹੁਤ ਪਛੜਿਆ ਜਿਹਾ ਪੁਰਾਣਾ ਪਿੰਡ, ਜਿੱਥੇ ਮੈਂ ਦੱਸ ਰਹੀ ਹਾਂ ਹਜੇ ਤੱਕ ਤੁਸੀਂ ਹੈਰਾਨ ਹੋਗੇ ਕਿ ਹਸਪੀਟਲ ਨਹੀਂ ਹੈ। ਅੱਜ ਤੱਕ ਵੀ ਹਸਪੀਟਲ ਲਿਜਾਂਦਿਆਂ ਜੇ ਕੋਈ ਸੱਪ, ਕਿਉਂਕਿ ਉੱਥੇ ਕਾਫੀ ਨੇ, ਸੱਪ ਕੱਟਿਆ ਜੇ ਕੋਈ ਹੋਵੇ, ਜੇ ਜ਼ਹਿਰੀਲਾ ਸੱਪ ਕੱਟ ਜਾਏ ਤਾਂ ਉਹ ਬਸ ਝਾੜਾ ਫੂਕ ਕਰਦੇ ਨੇ ਤੇ ਬਹੁਤੀ ਵਾਰ ਤਾਂ ਉਹਨਾਂ ਦੀ ਮੌਤ ਹੀ ਹੋ ਜਾਂਦੀ ਜੇ। ਜਾਨੀ ਹਸਪੀਟਲ ਅਜੇ ਤੱਕ ਨਹੀਂ, ਇੰਨਾ ਪਛੜਿਆ ਥਾਂ ਜੇ। ਪਰ ਜੰਗਲ 'ਚ ਮੰਗਲ ਵਾਲੀ ਜਿਵੇਂ ਗੱਲ ਹੁੰਦੀ ਜੇ ਨਾ, ਉਸ ਤਰ੍ਹਾਂ ਦੱਸਣ ਲੱਗੀਆਂ ਕਿ ਚਰਚਾ ਵਿੱਚ ਇਸ ਕਾਰਨ ਆਇਆ ਕਿ ਇਹਦੇ ਚੁਫੇਰੇ, ਜਿਵੇਂ ਮੈਂ ਉਹ ਕਿਲੇ ਦੀ ਟੌਪ ਤੇ ਜੋ ਗੱਲ ਕੀਤੀ ਹੈ, ਉਹ ਆਸ-ਪਾਸ ਲਗਭਗ 4-5 ਪਹਾੜੀਆਂ ਤੱਕ ਬਹੁਤ ਵੱਡਾ ਫੈਲਿਆ ਹੋਇਆ ਜੇ। ਸੈਂਟਰ 'ਚ ਉਹਦੇ ਜਿਵੇਂ ਕਿਲਾ ਬਹੁਤ ਵੱਡਾ ਜੇ, ਉਹਦੇ ਆਸ-ਪਾਸ ਜੋ ਕੰਧ ਚੌੜੀ ਬਣੀ ਹੋਈ ਉਹ 4-5 ਪਹਾੜਾਂ ਤੱਕ ਕਵਰ ਕਰਦੀ ਜੇ, ਜਿਹਦੇ ਵਿੱਚ ਉਹ
ਜਿਵੇਂ ਤੁਸੀਂ ਉਹਨਾਂ ਦੇ ਪਹਿਰੇਦਾਰ ਖੜੇ ਹੋਣੇ ਨੇ, ਉਹਨਾਂ ਦੇ ਵੱਖ ਉੱਚੇ ਉੱਚੇ ਟਿੱਲੇ ਬਣਾ ਕੇ ਉਹਨਾਂ ਵਿੱਚ ਉਹਨਾਂ ਦੀ ਥਾਂ ਬਣਾਈ ਹੋਈ, ਰਸਤੇ ਉਹਨਾਂ ਨੇ ਉਸੇ ਤਰ੍ਹਾਂ, ਤੇ ਬਹੁਤ ਚੌੜੀ ਮੋਟੀ ਕੰਧ ਜਿਹੜੀ ਅਜੇ ਤੱਕ ਕਾਫੀ ਹਿੱਸਿਆਂ ਤੱਕ ਬਚੀ ਹੋਈ ਹੈ। ਤੇ ਕਿਹਾ ਜਾਂਦਾ ਹੈ ਕਿ ਉਸ ਕਿਲੇ ਤੇ ਬੜੀ ਵਾਰ ਹੱਲਾ ਹੋਇਆ ਪਰ ਇੱਕ ਵੀ ਵਾਰ ਫਤਿਹ ਨਹੀਂ ਕਰ ਸਕੇ, ਉਹ ਇੰਨਾ ਕਮਾਲ ਦਾ ਪ੍ਰੋਟੈਕਟਡ ਸੀ। ਹੂੰ ਹੁਣ ਉਹਦੇ ਹੇਠਾਂ ਜੋ ਬਾਦਲ ਮਹਿਲ ਹੈ ਉਹਦਾ ਜ਼ਿਕਰ ਕਰਾਂ, ਅਹ ਖੈਰ ਉੱਥੇ 7 ਮੰਜ਼ਲਾ ਉਹ ਮਹਿਲ ਜੇ, ਬੜੇ ਖੂਬਸੂਰਤ ਪੁਰਾਣੀ, ਯਾਨੀ ਕਾਫੀ ਹਿੱਸਾ ਢਹਿ ਚੁੱਕਿਆ ਹੁਣ ਉਹਦਾ, ਪਰ ਉਦੋਂ ਜਿਵੇਂ ਰੈਨੋਵੇਟ ਕਰ ਦਿੰਦੇ ਨੇ ਜਦੋਂ ਸੈਲਾਨੀਆਂ ਦਾ ਟਾਈਮ ਹੋਵੇ ਉਸ ਤਰੀਕੇ, ਉਦੋਂ ਵੀ ਉਧਰ, ਨਹੀਂ ਤਾਂ ਜਾਣ ਦਾ ਆਦਮ ਕਦ ਘਾਹ ਜੇ ਜਿਹਦੇ ਵਿੱਚੋਂ ਅਸੀਂ ਹਿੰਮਤ ਕੀਤੀ ਜਾਣ ਦੀ। ਉਹਦੇ ਤੁਸੀਂ 4-5 ਮੰਜ਼ਲਾਂ ਥੱਲੇ ਉਤਰ ਸਕਦੇ ਹੋ, 2 ਮੰਜ਼ਲਾਂ ਉੱਪਰ ਰਹਿ ਜਾਂਦੀਆਂ, ਨਹੀਂ ਬਿਲਕੁਲ ਹੇਠਲੀਆਂ 2 ਮੰਜ਼ਲਾਂ ਤੇ ਹੁਣ ਰਸਤਾ ਨਹੀਂ ਹੈ, ਪੌੜੀਆਂ ਟੁੱਟ ਗਈਆਂ ਨੇ। ਪਰ ਕਮਾਲ ਦੀ ਗੱਲ ਇਹ ਵੇਖੋ ਕਿ ਸਮਾਂ 800 ਸਾਲ ਪੁਰਾਣਾ ਜੇ ਉਹ ਕਿਲਾ, ਉਸ ਤੋਂ ਵੀ ਸ਼ਾਇਦ ਵੱਧ ਦਾ, ਜੀ ਜੋ ਸਾਡੇ ਆਰਕੀਓਲੋਜੀਕਲ ਸਰਵੇ ਕਹਿੰਦੀ। ਹੂੰ ਉੱਥੇ 3 ਮੰਜ਼ਲਾਂ ਪੂਰੀਆਂ, ਯਾਨੀ ਉੱਪਰਲੀਆਂ 2 ਮੰਜ਼ਲਾਂ ਜੇ ਥੱਲੇ ਉਤਰ ਜਾਓ, 3 ਮੰਜ਼ਲਾਂ ਦਾ ਸਿਰਫ ਪਾਣੀ ਦਾ ਟੈਂਕ ਜੇ। ਸਮਝ ਸਕਦੇ ਹੋ, 800 ਸਾਲ ਤੋਂ ਵੱਧ ਪੁਰਾਣਾ, ਤੇ ਉਹ ਬਦਬੂਦਾਰ ਨਹੀਂ ਜੇ। ਉਹਦੇ ਚ ਤਾਜ਼ਾ ਪਾਣੀ ਭਰਦਾ ਪਿਆ ਅੱਜ ਵੀ, ਤੇ ਉਹ ਥੱਲੇ ਫਿਰ ਵਾਧੂ ਜਿਵੇਂ ਸਿਮ ਜਾਂਦਾ ਹੈ ਜਾਂ ਅਲੱਗ-ਅਲੱਗ ਥਾਵਾਂ ਤੇ ਜਾਣਾ ਹੈ। ਕਮਾਲ ਹੀ ਦੇਖ ਲਓ ਕਿ ਉਹ ਟੈਂਕ ਵਿੱਚ ਨਾ ਤਰੇੜ ਨਾ ਛਿਪ, ਕੁਛ ਵੀ ਨਹੀਂ, ਉਹ ਇਸ ਤਰ੍ਹਾਂ ਅਵਾਰਾ ਜਿਹਾ ਪਿਆ ਪਹਾੜੀ ਦੇ ਅੱਧ ਵਿੱਚ, ਉਹ ਅੱਜ ਤੱਕ ਵੀ ਪਾਣੀ ਪ੍ਰੀਜ਼ਰਵਡ ਏ। ਉਹ ਤੁਸੀਂ ਸੋਚ ਲਓ ਕਿ ਅਸੀਂ ਹੁਣ ਟੈਂਕੀਆਂ ਟੂੰਕੀਆਂ ਬਣਾਉਂਦੀ ਹੈ ਨਾ ਸਾਡੀ ਸਰਕਾਰ, ਤੇ ਕਿਵੇਂ ਢਹਿੰਦੀ ਹੈ ਜਾਂ ਕਰਦੀ ਹੈ, ਆਪਣੇ ਹੀ ਘਰ ਵਿੱਚ ਸਿੱਲ ਆਉਣ ਲੱਗ ਜਾਂਦੀ ਜੇ। ਪਰ ਕਿਆ ਕਮਾਲ ਦੀ ਕਾਰੀਗਰੀ ਹੈ, ਤੁਸੀਂ ਵੇਖੋ ਕਿ ਜਿਹੜੀ 3 ਮੰਜ਼ਲਾਂ ਦਾ, ਸਮਝ ਲਓ ਕਿੱਡਾ ਵੱਡਾ ਉਹ ਟੈਂਕ, ਦੇਖ ਕੇ ਨਾ ਭੈ ਆਉਂਦਾ ਥੱਲੇ ਜਾ ਕੇ, ਹਨੇਰੇ ਚ ਜਾ ਕੇ, ਕਿਉਂਕਿ ਉਹਦੀਆਂ ਪੌੜੀਆਂ ਵੀ ਤੰਗ, ਤੇ ਉੱਥੇ ਘਾਹ ਉਦੋਂ ਕਾਫੀ ਉੱਚਾ ਸੀ ਜਿਹਦੇ ਵਿੱਚੋਂ ਦੀ ਡਰ ਵੀ ਸੀ ਸੱਪ ਸੁੱਪ ਨਾ ਲੜ ਜਾਏ। ਪਰ ਉਹ ਵੇਖ ਕੇ ਤਾਂ ਇੱਕ ਵਾਰ ਹੈਰਾਨ ਹੀ ਰਹਿ ਜਾਈਦਾ, ਯਾਨੀ ਉਹਨੂੰ ਥੱਲੇ ਝੁਕ ਕੇ ਵੀ ਦੇਖਦੇ ਆ, ਡਰ ਆਉਂਦਾ ਵੀ ਇੰਨਾ ਡੂੰਘਾ 3 ਮੰਜ਼ਲਾ ਥੱਲੇ ਤੱਕ। ਤਾਂ ਇਸ ਤਰੀਕੇ ਦਾ ਉਹ ਬਣਾਇਆ ਗਿਆ ਸੀ ਕਿ ਉਹਦੇ ਵਿੱਚ ਹਵਾ ਆਉਣ ਦੇ ਇੰਨੇ ਖੂਬਸੂਰਤ ਉਹਨਾਂ ਨੇ ਢੰਗ ਤਰੀਕੇ ਬਣਾਏ ਹੋਏ ਸੀ ਉਹਨਾਂ ਸਮਿਆਂ ਵਿੱਚ। ਤੇ ਉਹਦੇ ਹੇਠਾਂ ਫਿਰ ਨਿੱਕੀ ਨਿੱਕੀ ਪੇਂਟਿੰਗਸ ਦੇ ਨਾਲ ਚੁਫੇਰੇ ਤੇ ਜਿਵੇਂ ਝਰਨਾ ਡਿੱਗਣ ਦੀ, ਤੁਸੀਂ ਕਮਾਲ ਦੀ ਗੱਲ ਇਹ ਦੇਖੋ ਵੀ ਇਹ ਉਹ ਇਲਾਕਾ ਜਿੱਥੇ ਪਾਣੀ, ਮੈਂ ਦੱਸ ਰਹੀ ਹਾਂ, ਅੱਜ ਵੀ ਭਰ ਕੇ ਲਿਆਉਂਦੀਆਂ ਨੇ ਔਰਤਾਂ, ਕਦੇ ਟੈਂਕਰ ਆਉਂਦਾ ਜੇ ਜਾਂ 2-3 ਨਲਕੇ ਵੀ ਨੇ ਜਿੱਥੇ ਉਹ ਕਦੇ ਕਦੇ ਪਾਣੀ ਕੱਢ ਲੈਂਦੀਆਂ ਨੇ ਜੀ। ਪਰ ਉਹਨਾਂ ਥਾਵਾਂ 'ਚ 800 ਸਾਲ ਪਹਿਲਾਂ ਵੀ ਪਾਣੀ ਦਾ ਪ੍ਰਬੰਧ, ਜਿਸ 'ਚ ਝਰਨੇ ਤੱਕ ਉਹਨਾਂ ਨੇ ਵਿੱਚ ਬਣਾਏ ਜਿਹਨੂੰ ਰੀਸਰਕੂਲੇਟ ਕਰ ਰਹੇ ਸਨ, ਹੈ ਨਾ ਕਮਾਲ। ਜੀ ਤੇ ਜੀ ਉਹ ਇਹ ਸਾਰਾ ਕੁਛ ਦੇ ਨਾਲ ਬੜੀਆਂ ਖੂਬਸੂਰਤ ਅਜੇ ਬਚਿਆ ਹੋਇਆ ਜਿੰਨਾ ਥਾਂ ਹੈ, ਉੱਥੇ ਪੇਂਟਿੰਗਸ ਨੇ ਬਹੁਤ ਸੋਹਣਾ, ਯਾਨੀ ਸਾਰਾ ਬਣਾਇਆ ਹੋਇਆ। ਔਰਤਾਂ ਦੇ ਸ਼ਿੰਗਾਰ ਦਾ ਕਮਰਾ ਵੀ ਅਜੇ ਤੱਕ ਉੱਥੇ ਬਚਿਆ ਹੋਇਆ, ਕਿਸ ਤਰ੍ਹਾਂ ਕੁਦਰਤੀ ਚੀਜ਼ਾਂ ਨਾਲ। ਆਪਾਂ ਬੜੀ ਵਾਰ ਗੱਲ ਕੀਤੀ ਕਿ ਕੁਦਰਤੀ ਚੀਜ਼ਾਂ ਨਾਲ ਉਦੋਂ ਅੱਜ ਦੇ ਵਰਗੀਆਂ ਇਹ ਚੀਜ਼ਾਂ ਨਹੀਂ ਸਨ। ਪਰ ਅਗਲੇ ਪ੍ਰੋਗਰਾਮ ਵਿੱਚ ਜਾਂ ਇਸੇ ਪ੍ਰੋਗਰਾਮ 'ਚ ਜੇ ਮੌਕਾ ਮਿਲਿਆ ਜ਼ਰੂਰ ਮੈਂ ਉਹਦੇ ਜ਼ਿਕਰ ਕਰਾਂਗੀ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ, ਜਿਵੇਂ ਉਹਨਾਂ ਨੇ ਕਿਤੇ ਦੇਖੋ ਕਦੇ ਉਂਗਲ ਲਾਤੀ, ਜਿਵੇਂ ਕਲੀਨ ਕੋਈ ਕਰ ਰਹੀ ਸੀ ਉਹਨਾਂ ਦੀ ਦਾਸੀ ਜਾਂ ਕੁਛ ਲਾ ਤੇ, ਉਹ ਕਿਤੇ ਕਿਤੇ ਰੰਗ ਵੀ ਸਾਨੂੰ ਉਹਨਾਂ ਨੇ ਦਿਖਾਏ ਕਿ ਆਹ ਦੇਖੋ ਜਿਹੜੇ ਲੱਗੇ ਨੇ, ਇਹਨਾਂ ਦਾ ਮੇਕਅਪ ਕਰਨ ਦਾ ਰਾਣੀਆਂ ਦਾ ਸੀਗਾ ਕਮਰਾ, ਵੀ ਇਹ ਉਸ ਸਮੇਂ ਦੇ ਅਜੇ ਤੱਕ ਆਹ ਚੀਜ਼ ਬਚੀ ਏ। ਕਿਵੇਂ ਉਹ ਵਾਲਾਂ ਨੂੰ ਰੰਗਦੇ ਸੀ ਕੁਦਰਤੀ ਢੰਗ ਨਾਲ, ਕਿਹੜੇ ਲਾਲੀਆਂ ਕਿਵੇਂ ਲਾਉਂਦੇ ਸੀ, ਜਾਂ ਜੋ ਅੱਖਾਂ ਦੀ ਖੂਬਸੂਰਤੀ ਕਿਸ ਤਰੀਕੇ ਦੇ ਸੁਰਮੇ ਨਾਲ, ਬਦਾਮ ਕਿੱਥੇ ਕੁੱਟਦੇ ਸੀ, ਯਾਨੀ ਇਹੋ ਜਿਹੀਆਂ ਕਮਾਲ ਦੀਆਂ ਚੀਜ਼ਾਂ ਮੈਂ ਜ਼ਿਆਦਾਤਰ ਥਾਵਾਂ ਤੇ ਬਚੀਆਂ ਵੇਖੀਆਂ ਨਹੀਂ। ਹੁਣ ਉੱਥੇ ਮੈਂ ਇੱਕ ਜ਼ਿਕਰ ਵਾਰ-ਵਾਰ ਕਰ ਰਹੀ ਹਾਂ ਕਿ ਕਿਉਂ ਇਸ ਪਿੰਡ ਦਾ ਬਹੁਤ ਉੱਪਰ ਕੇ ਨਾਮ ਆ ਰਿਹਾ। ਕਾਰਨ ਇਹ, ਉਹਦੇ ਆਲੇ ਦੁਆਲੇ ਜਿਹੜੇ ਬਹੁਤ ਖੂਬਸੂਰਤ ਪਹਾੜ ਨੇ ਨਾ, ਉਹ ਹੌਲੀ ਹੌਲੀ ਜਿਵੇਂ ਪਿੰਡ ਵਾਲਿਆਂ ਨਾਲ ਗੱਲ ਕਰੋ ਨਾ, ਹੰਝੂ ਭਰ ਕੇ ਗੱਲ ਕਰਦੇ ਨੇ ਕਿ ਅੱਜ ਤਾਂ ਠੀਕ ਹੈ, ਹੋ ਸਕਦਾ 10 ਸਾਲਾਂ ਬਾਅਦ ਇਹ ਖੂਬਸੂਰਤੀ ਨਾ ਰਹੇ, ਕਿਉਂਕਿ ਆਸ-ਪਾਸ ਦੇ ਪਹਾੜਾਂ ਵਿੱਚ ਇਲੀਗਲ ਮਾਈਨਿੰਗ ਇੰਨੀ ਜ਼ਿਆਦਾ ਹੈ ਕਿ ਪੌਣੇ ਪਹਾੜ ਪੂਰੇ ਦੇ ਪੂਰੇ ਗਾਇਬ ਕਰ ਦਿੱਤੇ ਗਏ ਨੇ। ਜਦੋਂ ਤੁਸੀਂ ਜਾਣਾ ਵੀ ਹੋਏ, ਸੜਕ ਭਾਵੇਂ ਬਹੁਤ ਸੋਹਣੀ ਜੇ,
ਅਖੀਰ ਚ ਜਾ ਕੇ ਅਜੇ ਕਿਉਂਕਿ ਉਹ ਕੱਚਾ ਥੋੜਾ ਜਿਹਾ ਇਲਾਕਾ, ਥੋੜੀ ਬਹੁਤ ਖਰਾਬ ਆਂਦੀ ਜੇ, ਬਾਕੀ ਫਿਰ ਠੀਕ ਹੈ। ਪਰ ਉਹ ਵੱਡੇ ਵੱਡੇ ਜੋ ਤੁਸੀਂ ਟਰਾਲੇ ਭਰੇ ਦੇਖਦੇ ਹੋ ਪਹਾੜਾਂ ਦੇ ਵਿੱਚ, ਕਿਉਂਕਿ ਉਹ ਪੱਥਰ ਦੇ ਪਹਾੜ ਨੇ, ਉਹਦਾ ਬਜਰੀ ਤੇ ਬਣਾ ਕੇ ਰੇਤਾ, ਜਿਸ ਤਰੀਕੇ ਉਹ ਲਗਾਤਾਰ ਤੁਹਾਡੇ ਅੱਗੇ ਪਿੱਛੇ ਦੌੜਦੇ ਫਿਰਦੇ ਨੇ, ਹੌਰਨ ਮਾਰਦੇ, ਸੋ ਉਹ ਚੀਜ਼ ਨੇ ਇਸ ਥਾਂ ਦੀ ਜੋ ਸ਼ਾਂਤੀ ਸੀ ਭੰਗ ਕੀਤੀ ਏ। ਤੇ ਪਰ ਉਹ ਪਹਾੜਾਂ ਦੇ ਪਹਾੜ ਜਿਸ ਤਰੀਕੇ ਗਾਇਬ ਹੋ ਰਹੇ ਨੇ, ਜਦੋਂ ਕਿਸੇ ਪਿੰਡ ਵਾਲੇ ਨੂੰ ਪੁੱਛੋ ਨਾ ਵੀ ਇਹ ਕਿੱਥੇ ਇੰਨੀ ਕੰਸਟਰਕਸ਼ਨ ਜਾ ਰਹੇ, ਪਤਾ ਜੀ ਉਹ ਔਰਤਾਂ ਤੇ ਉੱਥੇ ਬਜ਼ੁਰਗ ਬੈਠੇ ਹੰਝੂ ਭਰ ਕੇ ਕਹਿੰਦੇ ਨੇ ਇਹ ਤਾਂ ਦਿੱਲੀ ਜੱਬ ਰਹੀ ਹੈ। ਯਾਨੀ ਕਹਿੰਦੇ ਲਗਾਤਾਰ ਦਿੱਲੀ ਦੀ ਕੰਸਟਰਕਸ਼ਨ ਲਈ ਇਹ ਧੜਾ ਧੜ ਪਹਾੜਾਂ ਦੇ ਪਹਾੜ, ਵੱਡੇ ਪੱਥਰ, ਬਜਰੀ, ਰੇਤਾ ਸਭ ਉੱਥੇ ਦੇ ਹਜ਼ਮ ਹੋ ਰਿਹਾ ਹੈ। ਸੋ ਸਾਡੀ ਕੁਦਰਤ ਨੂੰ ਖਤਮ ਕਰ ਰਹੀ ਹੈ ਦਿੱਲੀ। ਇਸ ਤਰੀਕੇ ਉਹ ਲਗਭਗ ਗਾਲ ਕੱਢ ਕੇ ਜਾਂ ਮਾੜੀ ਸ਼ਬਦਾਵਲੀ ਬੋਲ ਕੇ ਹੀ ਦਿੱਲੀ ਦਾ ਨਾਮ ਲੈਂਦੇ ਨੇ ਕਿ ਦਿੱਲੀ ਜੱਪ ਗਈ ਸਾਨੂੰ। ਹੁਣ ਉੱਥੇ ਕਮਾਈ ਦਾ ਸਾਧਨ ਵੀ ਨਾਮ ਮਾਤਰ ਹੀ ਹੈ। ਸੋ ਇਸੇ ਕਾਰਨ ਬਹੁਤਾ ਤਾਂ ਉੱਥੇ ਬਾਜਰਾ ਬੀਜਿਆ ਜਾਂਦਾ ਹੈ। ਇਹੀ ਕਾਰਨ ਹੈ। ਦੇਖੋ ਬਹੁਤ ਅਹਿਮ ਨੁਕਤਾ ਜੇ ਕਿ ਉਹ ਕਹਿੰਦੇ ਸਾਡੇ ਸ਼ੱਕਰ ਰੋਗੀ ਤਾਂ ਕੋਈ ਹੈ ਹੀ ਨਹੀਂ, ਕੋਈ ਹੈ ਹੀ ਨਹੀਂ। ਯਾਨੀ ਮੈਨੂੰ ਇੰਨੀ ਹੈਰਾਨੀ ਹੋਈ ਕਿ ਇਸ ਤਰ੍ਹਾਂ ਦੀ ਗੱਲ ਕੋਈ ਕਿਸੇ ਥਾਂ ਤੇ ਸੁਣਨੀ। ਅਸੀਂ ਪੜ੍ਹਦੇ ਹੀ ਸਾਂ, ਕਰਨਾਟਕ ਦੇ ਵਿੱਚ ਖੋਜਾਂ ਵੀ ਪੜ੍ਹੀਆਂ ਸੀ ਕਿ ਸ਼ੱਕਰ ਰੋਗ ਉੱਥੇ ਲਗਭਗ ਨਾ ਬਰਾਬਰ ਹੈ। ਜਦੋਂ ਸਟੱਡੀ ਹੋਈ ਦੇਖਿਆ ਗਿਆ ਕਿ ਉਹ ਦੋ ਹੀ ਚੀਜ਼ਾਂ ਜ਼ਿਆਦਾ ਵਰਤਦੇ ਨੇ, ਬਾਜਰਾ ਜਾਂ ਰਾਗੀ, ਤੇ ਇਹ ਦੋਨੋਂ ਹੀ ਬੜੇ ਅਸਰਦਾਰ ਅੰਨ ਨੇ ਜਿਨ੍ਹਾਂ ਦੇ ਨਾਲ ਹੁੰਦਾ ਨਹੀਂ, ਸ਼ੱਕਰ ਰੋਗ ਨਹੀਂ ਹੁੰਦਾ। ਕੈਂਸਰ ਵਰਗੀ ਚੀਜ਼ ਉਹ ਕਹਿੰਦੇ ਸਾਡੇ ਕਦੇ ਹੋਈ ਨਹੀਂ ਇਸ ਇਲਾਕੇ 'ਚ। ਸੋ ਇਹ ਚੀਜ਼ਾਂ ਨੂੰ ਰੋਕਣ ਵਾਲੇ ਜਾਂ ਜੋੜਾਂ ਦੇ ਦਰਦ ਨਹੀਂ ਹੁੰਦੇ ਕਿਉਂਕਿ ਉਹਨਾਂ ਦਾ ਅੰਨ ਹੀ ਬਾਜਰਾ, ਸਾਰੇ ਚਫੇਰੇ ਤੁਹਾਨੂੰ ਬਾਜਰਾ ਹੀ ਲੱਗਿਆ ਦਿਸਦਾ। ਮੈਨੂੰ ਉੱਥੇ ਜਾ ਕੇ ਵਾਕਈ ਦਿਸਿਆ ਕਿ ਅਸੀਂ ਪੜ੍ਹਦੇ ਸਾਂ ਕਰਨਾਟਕ ਵਿੱਚ ਇਹ ਨਹੀਂ ਹੈ, ਪਰ ਜੇ ਅਸੀਂ ਜਿੱਥੇ ਦੀ ਕਿ ਸਾਡੀ ਤਾਂ ਹੁਣ ਪੰਜਾਬੀਆਂ ਦੀ ਤਾਂ ਦੇਖੋ ਨਾ ਖੁਰਾਕ ਹੀ, ਸਾਡੇ ਤਾਂ ਲੋਕ ਗੀਤਾਂ 'ਚ ਵੀ ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ ਤੋਂ ਲੈ ਕੇ ਕੋਧਰੇ ਦੀ ਰੋਟੀ ਦਾ ਜ਼ਿਕਰ, ਸਾਡਾ ਤਾਂ ਇਹੀ ਅੰਨ ਹੁੰਦਾ ਸੀ। ਪਤਾ ਨਹੀਂ ਕਿਉਂ ਅਸੀਂ ਕਣਕਾਂ ਚੌਲਾਂ 'ਚ ਰੁੜ ਗਏ ਆ ਤੇ ਬਿਮਾਰੀਆਂ ਦਾ ਭੰਡਾਰ ਬਣਾ ਲਿਆ। ਜੇ ਕਿਤੇ ਪੰਜਾਬੀ ਕਦੇ ਹੀ ਕਿਸੇ ਹੀ ਥਾਂ ਤੇ ਕਿਸੇ ਹੀ ਮੁਲਕ 'ਚ ਰਹਿੰਦੇ ਹੋਣ, ਵਾਪਸ ਰਾਗੀ ਦਾ, ਬਾਜਰੇ ਦਾ, ਕੋਧਰੇ ਦਾ ਇਹ ਆਟੇ ਜੇ ਵਰਤਨੇ ਸ਼ੁਰੂ ਕਰ ਦੇਣ ਨਾ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸਾਡੀਆਂ ਘੱਟੋ ਘੱਟ 60% ਬਿਮਾਰੀਆਂ ਖਤਮ ਹੋ ਜਾਣਗੀਆਂ। ਮੈਂ ਕੋਈ ਇੱਕ ਵੀ ਬੰਦਾ ਉੱਥੇ ਮੋਟਾਪੇ ਦਾ ਸ਼ਿਕਾਰ ਨਹੀਂ ਵੇਖਿਆ, ਕਿਸੇ ਦੇ ਗੋਡੇ ਨਹੀਂ ਦੁਖਦੇ, ਬਜ਼ੁਰਗ ਔਰਤਾਂ ਫਟਾਫਟ ਧੜਾ ਧੜ ਤੁਰੀਆਂ ਫਿਰੀਆਂ ਜਾਂਦੀਆਂ ਨੇ। ਤਾਂ ਇਹਦਾ ਮਤਲਬ ਹੈ ਕਿ ਅਸੀਂ ਖੁਰਾਕ ਵਿੱਚ ਜੇ ਇਹ ਤਬਦੀਲੀ ਲਿਆਈਏ ਕਿਸੇ ਤਰੀਕੇ, ਅਸੀਂ ਕਾਫੀ ਸਿਹਤਮੰਦ ਰਹਿ ਸਕਦੇ ਹਾਂ। ਇੱਕ ਹੋਰ ਅਹਿਮ ਗੱਲ, ਉੱਥੇ ਹਰ ਸੋਮਵਾਰ ਨੂੰ ਕਹਿੰਦੇ ਜੀ ਇੱਕ ਟਰੱਕ ਆਉਂਦਾ ਜੀ, ਬਹੁਤ ਵੱਡਾ। ਉਹਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਗਰੀਬ ਟੱਬਰ ਨੇ, ਆਜੜੀ ਖਾਸ ਤੌਰ ਤੇ ਜਿਹੜੇ, ਉਹਨਾਂ ਦਾ ਸਾਰੀ ਕਮਾਈ ਉੱਥੇ ਹੁੰਦੀ ਜੇ। ਸਮਝ ਨਹੀਂ ਆਈ ਮੈਨੂੰ ਵੀ ਕੀ ਕਰਦੇ ਨੇ, ਪਤਾ ਜੇ ਕੀ ਕਰਦੇ ਨੇ ਜੀ। ਉੱਥੇ ਹਰ ਹਫ਼ਤੇ ਭਰ ਕੇ ਟਰੱਕ ਜਾਂਦਾ ਜੇ ਬੱਕਰਿਆਂ ਦਾ। ਹੁਣ ਇੱਥੇ ਬੱਕਰੀਆਂ ਪਾਲਦੇ ਨੇ ਸਾਰੀਆਂ, ਉਹ ਬੱਕਰੇ ਉੱਥੋਂ ਲੈ ਕੇ ਜਾਂਦੇ ਨੇ ਕਿ ਇਹ ਸਾਰੇ ਦਿੱਲੀ ਦੇ ਵਿੱਚ ਵੱਢੇ ਜਾਣੇ ਨੇ, ਵੱਡੇ ਹੋਟਲਾਂ ਵਿੱਚ, ਛੋਟੇ ਹੋਟਲਾਂ ਵਿੱਚ, ਢਾਬਿਆਂ ਤੇ। ਉਹ ਬੱਕਰਿਆਂ ਨੂੰ ਸਪਲਾਈ ਕਰਨ ਲਈ ਇੱਥੋਂ ਹਰ ਸੋਮਵਾਰ, ਹੁਣ ਇਹ ਛੋਟਾ ਜਿਹਾ ਪਿੰਡ ਦੀ ਗੱਲ ਕਰਦੀ ਹਾਂ, ਬਾਕੀ ਥਾਵਾਂ ਤੋਂ ਦੇਖ ਲਿਓ ਕੀ ਹੋਣਾ, ਕਿ ਇਸ ਪਟਨ ਪਿੰਡ ਦੇ ਬਾਹਰ ਵਾਰ ਆ ਕੇ ਖੜ ਜਾਂਦਾ, ਜਿੱਥੇ ਆ ਜਿਹੜੀ ਬੱਕਰੇ ਕਿਸੇ ਕੋਈ 20 ਦਿੰਦਾ, ਕੋਈ 30 ਦਿੰਦਾ, ਕੋਈ 10 ਦਿੰਦਾ। ਉਸ ਹਿਸਾਬ ਨਾਲ ਇਹ ਲਗਾਤਾਰ ਬੱਕਰੇ ਵੱਢਣ ਲਈ ਉੱਥੋਂ ਦਿੱਲੀ ਵੱਲ ਪਹੁੰਚਦੇ ਨੇ। ਮੇਰੇ ਲਈ ਵੀ ਬਹੁਤ ਜ਼ਿਆਦਾ ਹੀ ਅਜੀਬ ਜਿਹੀ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਦਿੱਲੀ ਹੋਈ ਕਿ ਅਲੱਗ? ਕਹਿੰਦੇ ਜੀ ਦਿੱਲੀ ਦੀ ਖਪਤ ਤੁਸੀਂ ਇੱਥੇ ਦੀ ਗੱਲ ਕਰਦੇ ਹੋ, ਜ਼ਰਾ ਸੁਣਿਓ ਧਿਆਨ ਨਾਲ। ਕਹਿੰਦੇ ਜੀ ਇਹੋ ਜਿਹੇ 250 ਟਰੱਕ ਜਾਂਦੇ ਜੇ ਹਰ ਸੋਮਵਾਰ ਦੇ ਸੋਮਵਾਰ ਵੱਖੋ ਵੱਖਰੀਆਂ ਥਾਵਾਂ ਤੋਂ, ਤੇ ਕੁਝ ਥਾਵਾਂ ਤੇ ਜਾਂਦੇ ਨੇ ਵੀਰਵਾਰ ਨੂੰ। ਯਾਨੀ ਇਹ ਸਿਰਫ ਦਿੱਲੀ ਕੰਜ਼ਿਊਮ ਕਰ ਰਹੀ, ਜੇ ਤੁਸੀਂ ਸਮਝ ਲਓ ਕਿ ਉੱਥੋਂ ਪੈਕ ਹੋ ਕੇ ਅਲੱਗ-ਅਲੱਗ ਥਾਈਂ ਜਾਣੇ ਨੇ, ਡੀਪ ਫਰੀਜ਼ਰ ਰਾਹੀਂ ਜਾਣੇ ਨੇ, ਕੁਝ ਉੱਥੇ ਕੰਜ਼ਿਊਮ ਹੋਣੇ ਨੇ। ਇਹ ਤਾਂ ਸਿਰਫ ਪਿੰਡ ਵਾਲਿਆਂ ਦੀ ਜਾਣਕਾਰੀ ਸੀ ਜਿਨ੍ਹਾਂ ਦੀ ਟਿਊਬ ਵਿਜ਼ਨ ਹੈ। ਜ਼ਰਾ ਅੰਦਾਜ਼ਾ ਲਾਈਏ ਕਿਸ ਹਿਸਾਬ ਨਾਲ ਅਸੀਂ ਇਨਸਾਨ ਜਾਨਵਰਾਂ ਨੂੰ ਚੱਬ ਰਹੇ ਹਾਂ, ਕਿਸ ਹਿਸਾਬ ਨਾਲ ਪਹਾੜ ਚੱਬ ਰਹੇ ਹਾਂ, ਕਿ ਪਤਾ ਨਹੀਂ ਸਾਡੀ ਕੀ ਅੱਗੋਂ ਰਹਿਣਾ ਜਾਂ ਨਹੀਂ ਰਹਿਣਾ।
ਉਹਦੇ 'ਚ ਬਹੁਤ ਸਾਰੇ ਹੁਣ ਕਹਿੰਦੇ ਨੇ ਜਿਹੜੇ ਲੋਕ ਥੋੜਾ ਬਹੁਤ ਪੜ੍ਹ ਗਏ ਨੇ, ਉਹਨਾਂ ਚੋਂ ਕੁਝ BSF ਵਿੱਚ ਵੀ ਨੇ ਉੱਥੋਂ ਦੇ ਗਏ ਹੋਏ, ਕੁਝ ਆਰਮੀ 'ਚ ਨੇ ਭਰਤੀ ਹੋਏ ਹੋਏ ਉਹਨਾਂ ਹੀ ਥਾਵਾਂ ਤੋਂ। ਤੋਂ ਬੜੇ ਫਖਰ ਨਾਲ ਉਹ ਦੱਸਦੇ ਵੀ ਨੇ, ਸਾਡਾ ਇੱਕ ਸ਼ਹੀਦ ਵੀ ਹੋਇਆ ਕਾਰਗਿਲ ਜੰਗ ਵਿੱਚ, ਉੱਥੇ ਉਹਨਾਂ ਦਾ ਨਾਮ ਦਾ ਵੱਡਾ ਬੋਰਡ ਵੀ ਲਾਇਆ ਹੋਇਆ ਹੈ। ਸੋ ਬੜਾ ਫਖਰ ਕਰਦੇ ਨੇ ਮੁਲਕ ਤੇ। ਪਰ ਉਹਨਾਂ ਦੀਆਂ ਦੋ ਤਿੰਨ ਚਿੰਤਾਵਾਂ ਸੀ ਤੇ ਦੋ ਤਿੰਨ ਹੋਰ ਅਹਿਮ ਗੱਲਾਂ, ਜੇ ਇਜਾਜ਼ਤ ਦਿਓ ਤਾਂ ਜ਼ਰੂਰ ਕਰਨੀ ਚਾਹੁੰਦੀ। ਜੀ ਮੈਮ ਜ਼ਰੂਰ। ਉੱਥੇ ਇੱਕ ਤਾਂ ਕੁਦਰਤ ਨੇ ਬੜੀ ਕਮਾਲ ਦੀ ਕਾਰੀਗਰੀ ਕੀਤੀ ਹੋਈ ਹੈ। ਦੇਖੋ ਚਸ਼ਮੇ, ਜੋ ਗਰਮ ਪਾਣੀ ਦੇ ਚਸ਼ਮੇ ਹੁੰਦੇ ਨੇ ਨਾ, ਉਹ ਆਮ ਤੌਰ ਤੇ ਇਹਨਾਂ ਇਲਾਕਿਆਂ ਵਿੱਚ ਦਿਸਦੇ ਨਹੀਂ। ਜੀ। ਇੱਥੇ ਇੱਕ ਵੱਖ ਚੀਜ਼ ਜੇ, ਜਿੱਥੇ ਗਰਮ ਚਸ਼ਮਾ ਫੁੱਟਦਾ ਜੇ, ਗਰਮ ਪਾਣੀ ਦਾ, ਉਹਦੇ ਚ ਸਲਫਰ ਜੇ, ਤੁਸੀਂ ਹੈਰਾਨ ਹੋਵੋਗੇ। ਚਮੜੀ ਦੇ ਰੋਗ, ਮੈਂ ਜਦੋਂ ਉੱਥੇ ਜਾ ਕੇ ਪੁੱਛਿਆ ਤਾਂ ਉਹ ਕਹਿੰਦੇ ਜੀ ਸਾਡੇ ਤਾਂ ਕੋਈ ਵਿਰਲਾ ਟਾਵਾਂ ਹੀ ਹੋਏਗਾ ਜਿਹਦੇ ਕੋਈ ਹੋਵੇ, ਨਹੀਂ ਤਾਂ ਅਸੀਂ ਤਾਂ ਇੱਥੇ ਹਰ ਰੋਜ਼ ਸਾਰੇ ਜਣੇ ਨਹਾ ਜਾਂਦੇ ਨੇ ਤੇ ਸਾਨੂੰ ਤਾਂ ਚਮੜੀ ਦਾ ਕਦੇ ਕੋਈ ਰੋਗ ਹੋਇਆ ਹੀ ਨਹੀਂ। ਤੁਸੀਂ ਵੇਖੋ ਸਾਡੇ ਚਿਹਰੇ, ਕਿਸੇ ਦੇ ਝੁਰੜੀਆਂ ਦਿਖਦੀਆਂ, ਕਿਸੇ ਦੇ ਦਾਗ ਛਾਈਆਂ ਕੁਝ ਦਿਖਦੀਆਂ ਨਹੀਂ। ਤਾਂ ਦੇਖ ਲਓ, ਅਸੀਂ ਤਾਂ ਸਿਰਫ ਕਰਦੇ ਕੀ, ਇਹਦੇ ਚ ਸਿਰਫ ਛਲਾਂਗ ਲਾਉਂਦੇ ਆ, ਤਾਰੀ ਲਾਉਂਦੇ ਆ। ਔਰਤਾਂ ਲਈ ਵੱਖ ਹੈ ਕੋਨਾ, ਉਹ ਡੁਬਕੀ ਲਾਉਂਦੀਆਂ ਨੇ, ਇੱਥੇ ਹੀ ਨਹਾ ਲੈਂਦੀਆਂ ਨੇ, ਚਲੀਆਂ ਜਾਂਦੀਆਂ ਨੇ। ਉਹਦੇ ਦੂਜੇ ਕੋਨੇ ਤੇ ਜਿੱਥੋਂ ਪਾਣੀ ਨਹਾਉਣ ਵਾਲੇ ਦਾ ਨਿਕਲ ਰਿਹਾ, ਉੱਥੇ ਹੀ ਕੱਪੜੇ ਧੋ ਲੈਂਦੇ ਆ। ਤੇ ਕਮਾਲ ਦੇਖੋ, ਇੰਨਾ ਕਮਾਲ ਦਾ ਜੇ, ਉੱਥੋਂ ਭਰ ਕੇ ਪਾਣੀ ਪੀਣ ਲਈ ਵੀ ਲਿਜਾਂਦੇ ਨੇ, ਉਹੀ ਪੀਂਦੇ ਵੀ ਨੇ। ਉਹ ਰੇੜੀਆਂ ਤੇ ਉਹ ਡੋਲੂ ਭਰ ਕੇ ਆਪਣੇ ਲੈ ਜਾਂਦੇ ਨੇ। ਹੁਣ ਉੱਥੇ ਕੁਦਰਤ ਦਾ ਕ੍ਰਿਸ਼ਮਾ ਦੱਸਦੀਆਂ ਕਿ ਉਹ ਮੂੰਹ ਦੇ ਅੱਗੇ ਉਹਨਾਂ ਨੇ ਬੜਾ ਖੂਬਸੂਰਤ ਪੁਰਾਣਾ ਮੰਦਿਰ ਬਣਿਆ ਹੋਇਆ, ਸ਼ਿਵ ਮੰਦਿਰ। ਉੱਥੋਂ ਇਹ ਪਾਣੀ ਜਿੱਥੋਂ ਇਹ ਨਿਕਲਦਾ ਅੰਦਰੋਂ ਪਹਾੜ ਦੇ ਵਿੱਚੋਂ ਹੀ ਝਰਨਾ, ਉੱਥੇ ਮੂੰਹ ਉਹਨਾਂ ਨੇ ਸ਼ੇਰ ਮੂੰਹ ਬਣਾ ਕੇ ਉੱਥੇ ਰੱਖਿਆ, ਅੱਗੇ ਬਣਾ ਦਿੱਤਾ ਛੋਟਾ ਜਿਹਾ ਉਹਨਾਂ ਨੇ ਚੁਬੱਚਾ, ਜਿਹਦੇ ਇੱਕ ਪਾਸੇ ਜਿਵੇਂ ਮੈਂ ਦੱਸਿਆ ਨਹਾਉਣ ਨੂੰ 10 ਫੁੱਟ ਡੂੰਘਾ ਜੇ। ਹੁਣ ਉਹਨੂੰ ਨਿਕਲਦੇ ਸਾਰ ਦੂਜੇ ਪਾਸੇ ਉਹਦਾ ਇੱਕਦਮ ਉਹ ਝਰਨਾ ਪੂਰੇ ਦਾ ਪੂਰਾ ਐਡਾ ਵੱਡਾ ਤਲਾਅ ਬਣਾਇਆ ਵੀ ਪਹਾੜ ਦੇ ਵਿੱਚ ਹੀ ਜਜ਼ਬ ਹੋ ਜਾਂਦਾ ਹੈ ਅੱਗੋਂ। ਯਾਨੀ ਲਗਾਤਾਰ ਵਗਿਆ ਤੁਰਿਆ ਆਂਦਾ, ਫਿਰ ਜਜ਼ਬ ਹੋ ਜਾਂਦਾ। ਕੁਦਰਤ ਦਾ ਕ੍ਰਿਸ਼ਮਾ ਹੀ ਹੈ ਨਾ, ਯਾਨੀ ਕਿਤੇ ਨਹਿਰ ਬਣ ਕੇ ਜਾਂ ਅੱਗੇ ਝਰਨਾ ਬਣ ਕੇ ਨਹੀਂ, ਵਿੱਚ ਹੀ ਜਜ਼ਬ ਫਿਰ ਧਰਤੀ ਚ ਹੋਈ ਜਾਂਦਾ, ਫਿਰ ਨਿਕਲੀ ਜਾਂਦਾ। ਬੜਾ ਹੀ ਕਮਾਲ ਜੇ। ਉਹ ਬੜਾ ਕੋਸਾ ਜਿਹਾ, ਤੇ ਉਸ ਸਮੇਂ ਦਾ ਉਹ ਪਾਣੀ ਪੀ ਕੇ ਹੀ ਸੱਚੀ ਮੁੱਚੀ ਤੁਹਾਨੂੰ ਇੱਕਦਮ ਜਿਵੇਂ ਹਾਜ਼ਮਾ ਜਿਹਾ, ਡਕਾਰ ਜਿਹਾ ਹੋ ਜਾਂਦਾ। ਉਹਨਾਂ ਇੰਨਾ ਸਿਹਤਮੰਦ ਜਿਹਾ ਉਹ ਤੁਹਾਨੂੰ ਲੱਗਦਾ ਜਾਪ ਕੇ, ਕਿ ਮੂੰਹ ਹੱਥ ਧੋ ਕੇ ਵੀ ਤੁਹਾਨੂੰ ਬੜਾ ਚਰਨਾਟ ਜੀ ਤੇ ਬੜਾ ਵਧੀਆ ਜਿਹਾ ਮਹਿਸੂਸ ਹੁੰਦਾ ਕਿ ਕੁਦਰਤ ਨੇ। ਮੈਂ ਚਾਹੁੰਦੀ ਹਾਂ ਜੇ ਕਦੇ ਕੋਈ ਉੱਥੇ ਮੈਡੀਕਲ ਸਾਡਾ ਸਪੈਸ਼ਲਿਸਟ ਜਾ ਕੇ ਖੋਜ ਕਰਕੇ ਵੇਖੇ ਤਾਂ ਸਹੀ ਕਿ ਕਿੰਨਾ ਵਧੀਆ ਗੁਣਕਾਰੀ ਇਹ ਪਾਣੀ ਹੋਏਗਾ। ਕਿਉਂਕਿ ਦੇਖੋ, ਇੱਕ ਜ਼ਿਕਰ ਕਰਾਂ, ਕਾਲ ਬਲੈਕ ਵਾਟਰ ਦਾ ਅੱਜ ਕੱਲ ਜ਼ਿਕਰ ਹੋ ਰਿਹਾ ਜੇ, ਕਿ ਬਹੁਤ ਵੱਡੇ ਵੱਡੇ ਹੀਰੋ ਹੀਰੋਇਨ ਬਲੈਕ ਵਾਟਰ ਪੀ ਰਹੇ ਨੇ। ਉਹ ਜ਼ਿੰਦਗੀ ਦਿੰਦਾ, ਉਹਦੀ ਕੋਈ 1000 ਰੁਪਏ ਦੀ ਬੋਤਲ ਲੈ ਰਿਹਾ, ਕੋਈ 250 ਦੀ ਲੈ ਰਿਹਾ। ਉਹ ਹੁੰਦਾ ਕੀ ਜੇ? ਐਲਕਲਾਈਨ ਵਾਟਰ, ਇਹੀ ਝਰਨਿਆਂ ਦਾ ਪਾਣੀ, ਜਿਸ ਨੂੰ ਲੈਬੋਰੇਟਰੀਜ਼ ਵਿੱਚ ਉਹਨੂੰ ਆਪਣੇ ਵੱਲੋਂ ਸ਼ੋਅ ਕਰਕੇ ਜੀ ਮੈਂ ਆਰਓ ਚ ਪਾਤਾ, ਇਹ ਕਰਤਾ। ਪਰ ਮੈਂ ਪਹਿਲਾਂ ਹੀ ਦੱਸ ਦਿਆਂ, ਖੋਜਾਂ ਸਾਬਤ ਕਰ ਚੁੱਕੀਆਂ ਨੇ ਕਿ ਉਹਦੇ ਵਿੱਚ ਕਾਫੀ ਸਾਰੇ ਜ਼ਰੂਰੀ ਤੱਤ ਜਦੋਂ ਲੈਬੋਰਟਰੀਆਂ ਚ ਲਿਜਾਣੇ ਖਤਮ ਹੋ ਜਾਂਦੇ ਨੇ, ਨਿਕਲ ਜਾਂਦੇ ਨੇ ਪ੍ਰੋਸੈਸਿੰਗ ਚ। ਸੋ ਉਹਨਾਂ ਫਾਇਦੇਮੰਦ ਨਹੀਂ ਹੈ। ਕੁਦਰਤ ਨੇ ਵੇਖੋ ਵੀ ਇੱਕ ਪਾਸੇ ਉਹ 1000 ਰੁਪਏ ਦੀ ਬੋਤਲ ਖਰੀਦਦੇ ਨੇ, ਇੱਥੇ ਮੁਫਤੋਂ ਮੁਫਤ ਤੁਸੀਂ ਭਰੀ ਜਾਓ, ਕਦੇ ਖਤਮ ਹੀ ਨਹੀਂ ਹੋਣਾ। ਕਿਉਂਕਿ ਉਹ 800 ਸਾਲਾਂ ਤੋਂ ਇੰਝ ਹੀ ਤੁਰੀ ਜਾਂਦਾ ਜੇ। ਤੇ ਉਹ ਬਿਮਾਰੀਆਂ ਵੇਖੋ ਨਾ, ਨਾ ਕਿਸੇ ਨੂੰ ਚਮੜੀ ਦਾ ਰੋਗ, ਨਾ ਕਿਸੇ ਨੂੰ ਸ਼ੱਕਰ ਰੋਗ, ਨਾ ਕਿਸੇ ਨੂੰ ਬਲੱਡ ਪ੍ਰੈਸ਼ਰ, ਨਾ ਕਿਸੇ ਨੂੰ ਮੋਟਾਪਾ, ਨਾ ਜੋੜਾਂ ਦੀ ਦਰਦ, ਕੁਛ ਹੈ ਹੀ ਨਹੀਂ। ਤੇ ਉਸ ਕੁਦਰਤ ਵਿੱਚ ਬੈਠੇ ਉਹ ਲੋਕ ਜਿਹੜੇ ਅੱਤ ਦੀ ਗਰੀਬੀ ਦੇ ਵਿੱਚ ਵੀ ਇਸ ਤਰੀਕੇ ਤੰਦਰੁਸਤ ਨੇ। ਹੋਰ ਦੱਸੋ ਕੀ ਚਾਹੀਦਾ? ਕੁਦਰਤ ਕਿਵੇਂ ਨਾਲੋਂ ਨਾਲ ਉੱਥੇ ਚੀਜ਼ਾਂ ਦੇ ਦਿੰਦੇ। ਉੱਥੇ ਇੱਕ ਜੜੀ ਬੂਟੀ ਸੀ ਲਾਲ ਰੰਗ ਦੀ ਜੀ, ਉਹਨੂੰ ਨਿੱਕੇ ਨਿੱਕੇ ਬਰੀਕ ਫਰੂਟਸ ਸੀਗੇ ਜਿਵੇਂ ਉਹਦੇ ਲੱਗੇ ਹੋਏ, ਉਹ ਵੀ ਜਿਵੇਂ ਸਾਡੀਆਂ ਛੋਟੀਆਂ ਚੈਰੀਜ਼ ਹੋਣ ਉਸ ਤਰੀਕੇ ਦੇ ਸੀ ਜੀ। ਹੁਣ ਉਹ ਪਿੰਡ ਵਾਲੇ ਉੱਥੇ ਦੱਸਦੇ ਸਨ, ਕਿਉਂਕਿ ਉੱਥੇ ਨਾ ਬਹੁਤੀਆਂ ਔਰਤਾਂ ਦੇ ਕੁਦਰਤੀ ਗੁਲਾਬੀ ਭਾਅ ਮਾਰਦੇ ਫੁੱਲ ਸਨ। ਦਿਖਦਾ ਸੀ ਵੀ ਕੋਈ ਲਿਪਸਟਿਕ ਜਾਂ ਕੁਛ ਵੀ ਨਹੀਂ ਲਾਇਆ, ਬੜੀਆਂ ਖੂਬਸੂਰਤ ਜਿਹੀਆਂ ਲੱਗ ਰਹੀਆਂ ਸਨ। ਉਹ ਮੇਰੇ ਸਾਹਮਣੇ ਤਾਂ ਘੁੰਡ ਉਹਨਾਂ ਨੇ ਚੱਕਤੇ ਸੀ, ਵਰਨਾ ਤਾਂ ਘੁੰਡ ਅੰਦਰ ਹੀ ਹੁੰਦੇ। ਮੈਨੂੰ ਲੱਗਿਆ ਵੀ ਸਾਰੀਆਂ ਹੀ ਬੇਟੀਆਂ ਵੀ, ਜਵਾਨ ਬਜ਼ੁਰਗ, ਹਰ ਇੱਕ ਦੇ ਏਡੇ ਖੂਬਸੂਰਤ ਫੁੱਲ ਲਾਲ ਲਾਲ ਜੇ ਕਿਵੇਂ ਦਿਸਦੇ ਨੇ।
ਉਹ ਬੂਟੀ ਉਹਨਾਂ ਨੇ ਮੈਨੂੰ ਦਿਖਾਈ ਕਿ ਇਹ ਕੁਦਰਤੀ ਬੂਟੀ ਜੇ, ਹੁਣ ਤੁਸੀਂ ਅੱਗੋਂ ਹੈਰਾਨ ਹੋਵੋਗੇ। ਕਹਿੰਦੇ ਜੀ ਇੱਥੋਂ ਜਿਹੜੇ ਆਉਂਦੇ ਨੇ ਨਾ ਸੈਲਾਨੀ ਵੀ, ਉਹ ਵੀ ਇੱਥੋਂ ਡੱਬਾ ਭਰ ਕੇ ਲੈ ਜਾਂਦੇ ਨੇ ਵੀ ਅਸੀਂ ਇਹ ਜਾ ਕੇ ਸੁਕਾ ਕੇ ਲਾਵਾਂਗੇ, ਪਰ ਇਹ ਕੁਦਰਤ ਨੇ ਬਹੁਤੀ ਦੇਰ ਪਏ ਰਹਿੰਦੇ ਨਹੀਂ। ਪਰ ਅਸੀਂ ਸਾਰੇ ਇਸ ਪੱਤੇ ਨੂੰ, ਜਿਹੜਾ ਉਹ ਬੂਟਾ ਲਾਲ ਰੰਗ ਦਾ ਸੀ, ਜਿਹੜਾ ਛੋਟਾ ਜਿਹਾ ਐਡਾ ਕੁ ਬੂਟਾ ਹੁੰਦਾ ਜੇ, ਉਹ ਛੋਟਾ ਜਿਹਾ ਹੀ, ਜੀ ਤੇ ਉਹਦੇ ਨਾਲ ਲੱਗੇ ਜਿਹੜੇ ਨਿੱਕੇ ਨਿੱਕੇ ਬਰੀਕ ਲਾਲ ਉਹਦੇ ਹੈਗੇ ਨੇ, ਲੱਗਦੇ ਉਹਨੂੰ ਫਲ ਨਿੱਕੇ ਨਿੱਕੇ ਜੇ ਸਨ, ਬਹੁਤ ਬਰੀਕ ਚੈਰੀਜ਼ ਜਿਵੇਂ ਹੁਣ, ਉਹ ਮਲ ਲੈਂਦੇ ਹਾਂ ਅਸੀਂ ਕੁਦਰਤੀ ਤੌਰ ਤੇ ਬੁੱਲਾਂ ਤੇ ਉਹ ਇੱਕ ਵਾਰ ਦੇ ਮਲੇ ਦਾ, ਜੇ ਉਹਨੂੰ ਲਾ ਕੇ ਅਸੀਂ ਛੱਡ ਦਿੰਦੇ ਹਾਂ 10 ਮਿੰਟ, ਤਾਂ ਉਹ ਹਫ਼ਤਾ ਭਰ ਉਸੇ ਤਰ੍ਹਾਂ ਹੀ ਲਾਲ ਰਹਿੰਦੇ ਨੇ। ਤੁਸੀਂ ਕੁਦਰਤੀ ਲਾਲੀ ਆ ਜਾਂਦੀ ਹੈ। ਤਾਂ ਕਦੇ ਹਫ਼ਤੇ ਬਾਅਦ, ਕਦੇ 10 ਦਿਨਾਂ ਬਾਅਦ, ਕੋਈ ਤਾਂ ਬਜ਼ੁਰਗ ਕਹਿੰਦੇ ਜੀ ਅਸੀਂ ਤਾਂ ਮਹੀਨੇ 'ਚ ਇੱਕ ਵਾਰ ਲਾਉਂਦੇ ਹਾਂ, ਕੌਣ ਰੋਜ਼ ਲਾਵੇ। ਯਾਨੀ ਕਮਾਲ ਹੀ ਵੇਖ ਲਓ ਕਿ ਕੁਦਰਤ ਵਿੱਚ ਕਿੰਨੀ ਖੂਬਸੂਰਤ ਚੀਜ਼ ਹੈ ਕਿ ਉਹ ਇੱਕ ਵਾਰ ਉਹਨਾਂ ਨੇ ਉਹ ਪੱਤਾ ਜਾਂ ਉਹ ਰਗੜ ਕੇ, ਉਹ ਕੁਦਰਤੀ ਲਾਲੀ ਹੀ ਉਹਨਾਂ ਵਿੱਚ ਇੰਨੀ ਦੇਰ ਰਹਿ ਜਾਂਦੀ ਹੈ। ਇਸੇ ਤਰ੍ਹਾਂ ਵਾਲ ਮੈਂ ਕਿਸੇ ਦੇ ਘੱਟ ਹੀ ਸਨ ਜਿਨ੍ਹਾਂ ਦੇ ਚਿੱਟੇ ਦੇਖੇ ਹੋਣ, ਮੈਂ ਵੀ ਇਹਦਾ ਵੀ ਤੁਸੀਂ ਕੁਛ ਨਾ ਕੁਛ ਇੱਥੇ ਹੀ ਕਰਦੇ ਹੋਵੋਗੇ। ਉਹ ਵੀ ਇਸੇ ਤਰ੍ਹਾਂ ਉੱਥੇ ਇੱਕ ਮਹਿੰਦੀ ਦਾ ਤੇ ਇੱਕ ਕੁਛ ਹੋਰ ਸੀ ਬੂਟੀ, ਜਿਹੜੀ ਉਹ ਨਾਲ ਮਿਲਾ ਕੇ ਉਬਾਲ ਕੇ ਵਿੱਚ ਹੀ, ਜਿਵੇਂ ਅਸੀਂ ਰੀਠੇ ਜਾਂ ਸ਼ਿਕਾਕਾਈ ਨਾਲ ਕਿਤੇ ਸਾਡੇ ਵੀ ਬਜ਼ੁਰਗ ਲਾਉਂਦੇ ਹੁੰਦੇ ਸਨ, ਉਸ ਤਰ੍ਹਾਂ ਦੀ ਚੀਜ਼ ਨਾਲ ਸਿਰਫ ਉਹ ਉਬਾਲ ਕੇ ਧੋਂਦੇ ਨੇ ਵਾਲ, ਹੋਰ ਕੁਝ ਵੀ ਨਹੀਂ। ਉਹਦੇ ਨਾਲ ਹੀ ਉਹ ਕਹਿੰਦੇ ਜੀ ਸਾਡੇ ਤਾਂ ਕੁਦਰਤੀ ਇੱਥੇ ਵਾਲ ਬਹੁਤੇ ਦੇਰ, ਕਿਉਂਕਿ ਅਸੀਂ ਪਾਣੀ ਵੀ ਉਹ ਪੀਂਦੇ ਆ, ਤੇ ਇਸ ਤਰ੍ਹਾਂ ਹੀ ਸਾਡੇ ਤਾਂ ਇੱਥੇ ਕੋਈ ਬਹੁਤੇ ਜ਼ਿਆਦਾ ਸਾਡੇ ਚਿੱਟੇ ਇੱਥੇ ਵਾਲ ਹੁੰਦੇ ਨਹੀਂ। ਯਾਨੀ ਬਹੁਤ ਕਮਾਲ ਦੀਆਂ ਕੁਦਰਤੀ ਚੀਜ਼ਾਂ ਨੇ ਜਿਨ੍ਹਾਂ ਵਿੱਚ ਅਸੀਂ ਅਜੇ ਉਹਨਾਂ ਵੜੇ ਨਹੀਂ, ਡੂੰਘਾ ਅਸੀਂ ਦੇਖ ਨਹੀਂ ਸਕੇ। ਹੁਣ ਉੱਥੇ ਇੱਕ ਜਿਹੜਾ ਅੰਦਰ, ਜਿਵੇਂ ਮੈਂ ਦੱਸਿਆ ਸੀ ਪਟਨ ਮਹਿਲ ਦੀ ਗੱਲ ਕੀਤੀ, ਉੱਥੇ ਸਵਿਮਿੰਗ ਪੂਲ ਵੀ ਅੰਦਰ ਬਣਾਇਆ ਹੋਇਆ ਇਹਨਾਂ ਨੇ। ਜੀ ਜੀ। ਪਰ ਨਾਲ ਇੰਟਰਸਟਿੰਗ ਚੀਜ਼ ਦੱਸਾਂ ਕਿ ਉੱਥੇ ਅੰਦਰ ਕਿਸੇ ਵੀ ਕਮਰੇ ਵਿੱਚ, ਜੋ ਪੁਰਾਤਨ ਮਹਿਲ ਨੂੰ ਹੀ ਕਨਵਰਟ ਕੀਤਾ ਹੋਇਆ, ਤੁਸੀਂ ਜਾ ਕੇ ਹੀ ਦੇਖ ਸਕਦੇ ਹੋ ਕਿ ਰਾਜੇ ਮਹਾਰਾਜੇ ਕਿਵੇਂ ਰਹਿੰਦੇ ਹੋਣਗੇ, ਕਿਆ ਕਮਾਲ ਦਾ ਉਹਨਾਂ ਨੇ ਸਿਸਟਮ ਬਣਾਇਆ ਹੋਇਆ ਉਹਦੇ ਅੰਦਰ। ਉਹ ਇੱਕ ਪਾਸੇ ਤਾਂ ਤੁਹਾਡਾ ਦਿਲ ਭਰਦਾ ਵੀ ਵੇਖੋ 800 ਸਾਲ ਪਹਿਲਾਂ ਵੀ ਇੱਕ ਪਾਸੇ ਅਯਾਸ਼ੀ ਦੀ ਸਿਖਰ, ਇੱਕ ਪਾਸੇ ਗਰੀਬੀ ਅੱਤ ਦੀ, ਜਦੋਂ ਉਦੋਂ ਵੀ ਟੁੱਟੇ ਵਿਚਾਰਿਆਂ ਦੇ ਘਰ ਸੀ ਜਿਹੜੇ ਉੱਥੇ ਪਿੰਡ ਵਿੱਚ ਸਨ, ਤੇ ਇੱਕ ਪਾਸੇ ਇੰਨੀ ਸਿਖਰ ਕਿ ਤੁਸੀਂ ਅੰਦਰ ਸਵਿਮਿੰਗ ਪੂਲ ਵਰਗੀਆਂ ਚੀਜ਼ਾਂ ਵੀ ਤੇ ਸਭ ਕੁਝ ਹੋਏ। ਖੈਰ ਉੱਥੇ ਕਿਸੇ ਵੀ ਕਮਰੇ ਵਿੱਚ ਟੀਵੀ ਨਹੀਂ ਲਾਈ ਹੋਈ। ਜੀ ਜੀ। ਕੁਝ ਵੱਖ ਕਿਸਮ ਦਾ ਕਲਚਰ ਮੇਨਟੇਨ ਕੀਤਾ ਹੋਇਆ, ਤੇ ਜਿਨ੍ਹਾਂ ਨੇ ਆਣਾ ਇੱਥੇ ਉਹ ਕੁਦਰਤ ਵੇਖਣ, ਆਸ-ਪਾਸ ਘੁੰਮਣ, ਦੇਖਣ ਕੀ ਚੀਜ਼ਾਂ ਨੇ, ਤੇ ਉੱਥੇ ਦੀ ਹੀ ਜਿਹੜੀ ਖੁਰਾਕ ਬਣਾ ਕੇ ਕੁਦਰਤੀ ਦਿੰਦੇ ਨੇ। ਸੋ ਸਾਰਾ ਹੀ ਕੁਛ ਬੜਾ ਕਮਾਲ ਦਾ, ਤੁਹਾਨੂੰ ਵੱਖ ਜਿਹਾ ਮਹਿਸੂਸ ਹੁੰਦਾ, ਜਿਵੇਂ ਆਮ ਤੁਸੀਂ 5 ਤਾਰਾ ਹੋਟਲਾਂ 'ਚ ਜਾਓ, ਉਸ ਨਾਲੋਂ ਬਹੁਤ ਵੱਖ ਜੇ ਇੱਥੇ ਦਾ ਮਾਹੌਲ, ਜਿਸ ਕਾਰਨ ਮੈਂ ਦੱਸਣਾ ਸ਼ੁਰੂ ਕੀਤਾ ਸੀ। ਇਹਦੇ ਵਿੱਚ ਇੱਕ ਹੋਰ ਮੈਂ ਜ਼ਰੂਰ ਦੱਸਣਾ ਚਾਹਾਂਗੀ, ਆਖਰੀ, ਫਿਰ ਆਪਾਂ ਦੂਜੇ ਪਾਸੇ ਗੱਲ ਕਰਦੇ ਹਾਂ, ਕਿ ਉੱਥੇ ਚਮਗਾਦੜ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਭਿਆਨਕ, ਕਿਉਂਕਿ ਉਹ ਏਰੀਆ ਪੁਰਾਣੇ, ਇੰਨਾ ਸਾਲ ਪੁਰਾਣਾ, ਜਿੱਥੇ ਅੰਦਰ ਘੁਰਨਿਆਂ ਵਿੱਚ ਹੇਠਾਂ ਬਰੀਕ ਪੌੜੀਆਂ ਵੀ ਚੜ੍ਹਦੀਆਂ ਉਤਰਦੀਆਂ ਨੇ, ਉੱਥੇ ਕਿਉਂਕਿ ਬਹੁਤੀ ਆਵਾਜਾਈ ਨਹੀਂ, ਕੋਈ ਜਾਂਦਾ ਨਹੀਂ, ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਚਮਗਾਦੜ ਹੈਗੇ ਨੇ। ਉਹਨਾਂ ਦੀਆਂ ਥੱਲੇ ਜੋ ਯਾਨੀ ਉਹਨਾਂ ਦੇ ਜੋ ਗੰਦਗੀ ਉਹਨਾਂ ਦੀ ਹੇਠਾਂ ਡਿੱਗਦੀ ਜੇ, ਉਹ ਸਾਰੀ ਨੂੰ ਚੁੱਕ ਕੇ ਬੜੀ ਵਧੀਆ ਖਾਦ ਦੀ ਤੌਰ ਤੇ ਉਹ ਆਪਣੇ ਖੇਤਾਂ ਵਿੱਚ ਪਾ ਦਿੰਦੇ ਨੇ। ਉਹ ਇੰਨੀ ਕੁ ਫਸਲ ਭਰਪੂਰ ਹੋ ਜਾਂਦੀ ਹੈ ਬਿਨਾਂ ਪਾਣੀ ਦੇ ਵੀ, ਕਿ ਉਹ ਕਾਫੀ ਅਸਰਦਾਰ ਜੇ। ਉਹ ਵੀ ਸਾਡੇ ਪ੍ਰੂਵ ਹੋ ਗਿਆ ਵੀ ਇਹ ਕੁਦਰਤੀ ਖਾਦ ਬਹੁਤ ਉਹਨਾਂ ਦੀ ਵਧੀਆ ਹੁੰਦੀ ਜੇ। ਯਾਨੀ ਕਹਿਣ ਦਾ ਭਾਵ ਇਹ ਹੈ ਕਿ ਹਰ ਪਾਸਿਓਂ ਜੇ ਤੁਸੀਂ ਵੇਖੋ, ਉਹ ਇੱਕ ਸੰਪੂਰਨ, ਇੰਨੇ ਕੁ ਛੋਟੇ ਪਿੰਡ ਵਿੱਚ ਤੁਹਾਨੂੰ ਇੰਨਾ ਕੁਝ ਸਿੱਖਣ ਵੇਖਣ ਨੂੰ ਮਿਲਦਾ ਜੇ, ਪੁਰਾਣੀਆਂ ਚੀਜ਼ਾਂ ਬਾਰੇ ਵੀ, ਕਿਵੇਂ ਉਹਨਾਂ ਸਮਿਆਂ 'ਚ ਰਹਿੰਦੇ ਸੀ, ਕਿਵੇਂ ਹੁਣ। ਬਹੁਤ ਤੁਹਾਨੂੰ ਵੱਖ ਜਿਹਾ ਇੱਕ ਮਹਿਸੂਸ ਹੋਏਗਾ ਕਲਚਰ, ਜੋ 5 ਸਟਾਰ ਕਲਚਰ 'ਚੋਂ ਨਿਕਲ ਕੇ ਜਾਂ ਹੋਰ ਚੀਜ਼ਾਂ 'ਚੋਂ। ਇੱਕ ਜਿਹੜੀ ਆਖਰੀ ਗੱਲ ਉਹਦੇ ਬਾਰੇ ਦੱਸਾਂ, ਉਹ ਇੰਨੇ ਸਾਲਾਂ ਤੋਂ ਜੋ ਤੁਰਦੀ ਆਂਦੀ ਗੱਲ, ਜੋ ਅਸੀਂ ਆਪਣੇ ਮਨਾਂ 'ਚੋਂ ਕੱਢ ਨਹੀਂ ਸਕੇ, ਉੱਥੇ ਇੱਕ ਹਰੀਜਨ ਕਲੋਨੀ ਜੀ, ਯਾਨੀ ਅਸੀਂ ਬਹੁਤ ਅਗਾਂਹ ਲੰਘ ਚੁੱਕੇ ਹਾਂ, ਪਰ ਉਹ ਥਾਂ ਚੀਜ਼ ਜਾਤ ਪਾਤ ਦਾ ਅਸੀਂ ਅਜੇ ਤੱਕ ਛੱਡਿਆ ਨਹੀਂ। ਸੋ ਉਹ ਹਰੀਜਨ ਕਲੋਨੀ
ਉੱਥੇ ਬਹੁਤ ਪਛੜੀ ਜਾਤ ਕਹਿ ਕੇ ਜਾਤ ਪਾਤ ਦਾ ਬਹੁਤ ਉੱਥੇ ਮੰਨਿਆ ਜਾਂਦਾ ਹੈ ਕਿ ਇਹਨੂੰ ਹੱਥ ਲੱਗਿਆ ਤਾਂ ਅਸੀਂ ਭਿੱਟ ਜਾਵਾਂਗੇ। ਉਹ ਅਜੇ ਵੀ ਉਸ ਥਾਂ ਤੇ, ਯਾਨੀ ਉਹਨਾਂ ਦੇ ਅੱਧ ਕੱਚੇ ਨੇ ਮਕਾਨ, ਬਿਲਕੁਲ ਬੁਰਾ ਹਾਲ ਹੈ ਉਸ ਪਾਸੇ। ਉਹ ਉੱਥੋਂ ਦੇ ਬੱਚੇ ਅੱਜ ਵੀ ਨਿਕਲ ਕੇ ਜਦੋਂ ਦੇਖਦੇ ਨੇ ਕੋਈ ਕਾਰ ਜਾਂ ਕੁਛ ਲੰਘਿਆ ਤੇ ਦੌੜਦੇ ਆਉਂਦੇ ਨੇ ਹੱਥ ਅੱਡ ਕੇ ਕੁਛ ਦੇ ਦਿਓ। ਤੋ ਉਹ ਚੀਜ਼ ਅਜੇ ਵੀ ਉੱਥੇ ਬਹੁਤ, ਯਾਨੀ ਇੱਕ ਰੜਕੀ ਵੀ ਅਸੀਂ ਇੰਨੇ ਅਗਾਂਹ ਵਧੂ ਕਹਿੰਦਿਆਂ ਹੋਇਆਂ ਵੀ ਪਿੰਡ ਦੇ ਬਾਹਰ ਜੇ ਏਦਾਂ ਬਿਲਕੁਲ ਵੱਖ ਕੀਤੀ ਹੋਈ, ਜਿਨ੍ਹਾਂ ਨੂੰ ਇਜਾਜ਼ਤ ਨਹੀਂ ਕਿ ਬਾਕੀ ਪਿੰਡ ਵਾਸੀਆਂ ਦੇ ਨਾਲ ਬੈਠਣ ਜਾਂ ਉਹਨਾਂ ਦਾ ਕੋਈ ਮਰ ਜਾਵੇ ਉਹ ਨਾਲ ਹੋਵੇ। ਇਹ ਅਜੇ ਪਾੜ ਉਹਨਾਂ ਦੇ ਮਨਾਂ ਵਿੱਚ ਉਸੇ ਤਰ੍ਹਾਂ ਹੀ, ਯਾਨੀ 1000 ਸਾਲ ਤੋਂ ਉਦਾਂ ਹੀ ਤੁਰਿਆ ਜਾਂਦਾ, ਇਸ 'ਚ ਤਬਦੀਲੀ ਨਹੀਂ ਹੋਈ, ਅਸੀਂ ਕਿੰਨੇ ਵੀ ਅਗਾਂਹ ਵੱਧ ਗਏ ਹੋਈਏ। ਜੀ ਤੋ ਜੀ ਇਹ ਸਨ ਕੁਝ ਗੱਲਾਂ ਜੋ ਮੈਂ ਉੱਥੇ ਦੀਆਂ ਸਾਂਝੀਆਂ ਕਰਨਾ ਚਾਹੀਆਂ ਕਿ ਲੋਕਾਂ ਨੇ ਕਿਹਾ ਅਸੀਂ ਜਾਣਾ ਚਾਹੁੰਦੇ ਹਾਂ। ਜ਼ਰੂਰ ਤੁਸੀਂ ਸਵੇਰ ਵੇਲੇ ਜਦੋਂ ਚੜੋਗੇ ਪਹਾੜੀ ਤੇ, ਬੜੀ ਸੋਹਣੀ, ਕਿਉਂਕਿ ਉੱਥੇ ਕਾਫੀ ਫਰਾਂਸ ਤੋਂ, ਜਰਮਨੀ ਤੋਂ, ਉੱਥੋਂ ਦੇ ਲੋਕ ਵਸਨੀਕ ਸਾਡੇ ਆਉਂਦੇ ਨੇ, NRIs ਨਹੀਂ, ਉਹ ਬਾਹਰਲੇ ਲੋਕ ਜਿਹੜੇ ਇਹਨਾਂ ਥਾਵਾਂ ਤੇ ਐਕਸਕਰਸ਼ਨਸ ਕਰਦੇ ਨੇ, ਲੱਭ ਕੇ ਲਿਆਉਂਦੇ ਨੇ। ਪੁਰਾਣੀਆਂ ਚੀਜ਼ਾਂ ਉੱਥੇ ਲੱਭ ਜਾਂਦੀਆਂ, ਬਹੁਤ ਕੁਛ, ਪੁਰਾਣੇ ਭਾਂਡੇ ਕਈ ਵਾਰ ਟੁੱਟੇ, ਬਹੁਤ ਕੁਛ ਜਿਹੜਾ ਅਸੀਂ ਦੇਖ ਕੇ ਪੁਰਾਣੇ ਸਮਿਆਂ ਨਾਲ ਜੁੜ ਜਾਂਦੇ ਹਾਂ। ਜੀ ਜੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਕਿ ਜਦੋਂ ਕਦੋਂ ਵੀ ਅਜਿਹੀ ਥਾਂ 'ਤੇ ਜਾਂਦੇ ਆ, ਪੁਰਾਣੀਆਂ ਚੀਜ਼ਾਂ ਤਾਂ ਜਿਸ ਤਰੀਕੇ ਦੇ ਨਾਲ ਮੈਮ ਤੁਸੀਂ ਪੂਰੀ ਗੱਲ ਦਾ ਜ਼ਿਕਰ ਕਰ ਰਹੇ ਸੀ, ਤੁਸੀਂ ਉੱਥੇ ਗਏ, ਉੱਥੇ ਉਹ ਸਾਰੀਆਂ ਚੀਜ਼ਾਂ ਦੇਖੀਆਂ, ਪਰ ਜਿਹੜਾ ਤੁਹਾਡਾ ਗੱਲ ਦੱਸਣ ਦਾ ਲਹਿਜ਼ਾ ਸੀ ਤਾਂ ਉਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਮੇਰੇ ਨਾਲ ਦਰਸ਼ਕ ਵੀ ਇਹੀ ਫੀਲ ਕਰ ਰਹੇ ਹੋਣਗੇ ਕਿ ਜਿਵੇਂ ਅਸੀਂ ਉੱਥੇ ਗਏ, ਉਹ ਸਾਰੀਆਂ ਚੀਜ਼ਾਂ ਨੂੰ ਉਵੇਂ ਹੀ, ਉਨੀ ਹੀ ਖੂਬਸੂਰਤੀ ਦੇ ਨਾਲ ਅਸੀਂ ਵੀ ਨਿਹਾਰਿਆ। ਤਾਂ ਹੁਣ ਮਨ ਦੇ ਵਿੱਚ ਇੱਕ ਤਾਂਘ ਜੀ ਬਣ ਗਈ ਹੈ ਕਿ ਅਸੀਂ ਵੀ ਉੱਥੇ ਜ਼ਰੂਰ ਜਾਈਏ ਤੇ ਉਹ ਸਾਰਾ ਕੁਝ ਵੇਖੀਏ ਕਿ 800 ਸਾਲ ਪੁਰਾਣਾ ਉਹ ਮਹਿਲ ਕਿਸ ਤਰੀਕੇ ਦਾ ਬਣਾਇਆ ਹੋਊਗਾ, ਕਿੰਨੇ ਸਾਲ ਲੱਗੇ ਹੋਣਗੇ ਉਹਨੂੰ ਬਣਾਉਣ ਦੇ ਵਿੱਚ, ਕਿਉਂਕਿ ਆਲਰੇਡੀ 800 ਸਾਲ ਤਾਂ ਉਹ ਪੁਰਾਣਾ ਹੈ ਹੀ ਹੈ, ਤਾਂ ਉਹਨੂੰ ਬਣਨ ਦੇ ਵਿੱਚ ਕਿੰਨਾ ਸਮਾਂ ਲੱਗਿਆ ਹੋਵੇਗਾ। ਕਿਹੜੇ ਉਹ ਲੋਕ ਹੋਣਗੇ ਜਿਨ੍ਹਾਂ ਨੇ ਇੰਨੀ ਜ਼ਿਆਦਾ ਸੂਝ ਦੇ ਨਾਲ ਕਿ ਪਾਣੀ ਖੜਾ ਰਹਿੰਦਾ ਪਰ ਫਿਰ ਵੀ ਗੰਧਲਾ ਨਹੀਂ ਹੁੰਦਾ, ਕਿਸ ਤਰੀਕੇ ਦੇ ਨਾਲ ਉਹ ਪਾਣੀ ਕਿੱਥੇ ਜਾਂਦਾ, ਕਿੱਥੋਂ ਆਉਂਦਾ, ਕਿਵੇਂ ਉਹ ਲੋਕ ਯੂਜ਼ ਕਰਦੇ ਨੇ। ਤਾਂ ਮੇਨ ਗੱਲ ਉਹ ਕਿ ਪਾਣੀ, ਨਿੱਘੇ ਪਾਣੀ ਦਾ ਨਿਕਲਣਾ, ਲੋਕਾਂ ਦਾ ਉਸ ਪਾਣੀ ਨਾਲ ਨਹਾਉਣਾ ਪੀਣਾ, ਤਾਂ ਲੋਕਾਂ ਦਾ ਸਿਹਤਮੰਦ ਹੋਣਾ। ਤਾਂ ਮੈਮ ਜਿਵੇਂ ਆਪਾਂ ਗੱਲ ਕਰਦੇ ਕਿ ਬੇਸ਼ੱਕ ਉੱਥੇ ਕਮਾਈ ਦੇ ਸਾਧਨ ਘੱਟ ਨੇ ਪਰ ਲੋਕ ਜ਼ਰੂਰ ਸਿਹਤਮੰਦ ਨੇ। ਤਾਂ ਮੈਨੂੰ ਲੱਗਦਾ ਕਿ ਬਾਹਰਲੇ, ਜੇ ਅਸੀਂ ਵਿਕਸਿਤ ਮੁਲਕਾਂ ਦੀ ਗੱਲ ਕਰੀਏ, ਖਾਸ ਕਰਕੇ ਆਪਾਂ ਇੰਡੀਆ ਦੀ ਹੀ ਗੱਲ ਕਰ ਲਈਏ, ਤਾਂ ਆਪਾਂ ਨੂੰ ਲੱਗਦਾ ਵੀ ਕਮਾਈ ਦਾ ਸਾਧਨ ਹੋਣਾ ਬੇਹੱਦ ਜ਼ਰੂਰੀ ਹੈ। ਬਾਹਰਲੇ ਮੁਲਕਾਂ ਦੀ ਗੱਲ ਕਰ ਲਈਏ, ਜ਼ਰੂਰੀ ਆ, ਹੈ ਨਾ। ਪਰ ਉੱਥੇ ਮੇਨ ਗੱਲ ਉਹ ਵੀ ਆ ਜਾਂਦੀ ਹੈ ਕਿ ਪੈਸਾ ਇਨਸਾਨ ਨੂੰ ਕਿਉਂ ਚਾਹੀਦਾ ਹੁੰਦਾ, ਕਿਉਂਕਿ ਸਾਡੀਆਂ ਲੋੜਾਂ ਜ਼ਿਆਦਾ ਹੁੰਦੀਆਂ ਨੇ। ਹੁਣ ਜਿਹੜਾ ਉਹ ਇਨਸਾਨ ਨੇ ਉਹ ਮੱਕੀ, ਬਾਜਰਾ, ਜਿਹੜੀਆਂ ਵੀ ਤੁਸੀਂ ਦਿੱਤਾ ਕਿ ਉਹਨਾਂ ਦਾ ਖਾਣ ਪਾਣ ਕੀ ਆ, ਉੱਥੇ ਹੀ ਬੀਜ ਲੈਂਦੇ ਨੇ ਤੇ ਆਪ ਹੀ ਖਾ ਲੈਂਦੇ ਨੇ, ਬਿਮਾਰੀ ਉਹਨਾਂ ਨੂੰ ਕੋਈ ਹੈ ਨਹੀਂ। ਤਾਂ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੂੰ ਪੈਸੇ ਨਾਲ ਵੀ ਐਡਾ ਜ਼ਿਆਦਾ ਮੋਹ ਨਹੀਂ ਹੁੰਦਾ ਹੋਏਗਾ, ਕਿਉਂਕਿ ਪੈਸੇ ਦਾ ਜ਼ਿਆਦਾਤਰ ਸਾਨੂੰ ਤਾਂ ਹੀ ਲੱਗਦਾ ਵੀ ਅੱਜ ਕੱਲ੍ਹ ਦੀਆਂ ਬਿਮਾਰੀਆਂ ਇੰਨੀਆਂ ਜ਼ਿਆਦਾ ਭਿਆਨਕ ਹੋ ਗਈਆਂ ਨੇ, ਹਸਪੀਟਲ ਇੰਨੀ ਵੱਡੀਆਂ ਡਿਮਾਂਡਾਂ ਕਰਦੇ ਨੇ, ਪਰਚੀ ਲੈਣ ਚੱਲ ਜਾਓ 500,000 ਤੋਂ ਘੱਟ ਕੋਈ ਫੀਸ ਨਹੀਂ ਹੁੰਦੀ। ਡਾਕਟਰ ਨੂੰ ਮਿਲਣ ਦੇ ਲਈ ਸਾਡੇ ਜੇਬ 'ਚ 2,000 ਦਾ ਹੋਣਾ ਬੇਹੱਦ ਜ਼ਰੂਰੀ ਹੈ। ਤੇ ਜੇ ਅਸੀਂ ਟੈਸਟ ਕਰਾਉਣੇ ਹੋਣ ਜਾਂ ਮੈਡੀਕਲ ਸਟੋਰ 'ਤੇ ਜਾ ਕੇ ਦਵਾਈਆਂ ਖਰੀਦਣੀਆਂ ਹੋਣ, ਫਿਰ ਤਾਂ ਬਸ ਲਾਲੇ ਪੈ ਜਾਂਦੇ ਨੇ। ਤਾਂ ਇੰਝ ਲੱਗਦਾ ਵੀ ਹਸਪਤਾਲ ਜਾਣਾ ਤਾਂ ਕਿੰਨੇ ਪੈਸੇ ਨੇ ਜਿਹੜੇ ਸਾਡੀ ਜੇਬ 'ਚ ਹੋਣੇ ਬੇਹੱਦ ਜ਼ਰੂਰੀ ਨੇ। ਸੋ ਤੁਸੀਂ ਦੱਸਿਆ ਕਿ ਉਸ ਏਰੀਆ ਦੇ ਵਿੱਚ ਕੋਈ ਹਸਪੀਟਲ ਹੀ ਹੈ ਨਹੀਂ, ਤਾਂ ਹਸਪੀਟਲ ਦੀ ਮੈਨੂੰ ਲੱਗਦਾ ਉਹਨਾਂ ਨੂੰ ਲੋੜ ਹੀ ਨਹੀਂ, ਜਿਨ੍ਹਾਂ ਦਾ ਖਾਣ ਪਾਣ ਇੰਨਾ ਵਧੀਆ, ਜਿਹੜੇ ਰੋਜ਼ ਇੰਨੀ ਜ਼ਿਆਦਾ ਕਸਰਤ ਕਰਦੇ ਨੇ, ਆਉਣਾ ਜਾਣਾ, ਪਾਣੀ ਭਰ ਕੇ ਲੈ ਕੇ ਆਉਣਾ, ਹੈ ਨਾ, ਕੱਚੇ ਘਰਾਂ ਦੇ ਵਿੱਚ ਰਹਿਣਾ, ਤਾਂ ਵਾਕਿਆ ਹੀ ਉਹਨਾਂ ਦੀ ਜ਼ਿੰਦਗੀ ਤਾਂ ਬੜੀ ਖੂਬਸੂਰਤ ਹੋਏਗੀ। ਬੇਸ਼ੱਕ ਚੱਕਾ ਚੌਂਧ ਵਾਲੀ ਜ਼ਿੰਦਗੀ ਤੋਂ ਉਹ ਲੋਕ ਦੂਰ ਨੇ, ਸ਼ਾਇਦ ਉਹਨਾਂ ਦੇ ਵੀ ਬਹੁਤ ਸਾਰੇ ਅਰਮਾਨ ਹੋਣਗੇ, ਪਰ ਅੱਜ ਦਾ ਵਿਅਕਤੀ ਜਿਸ ਨੂੰ ਸਿਹਤਮੰਦ ਰਹਿਣ ਦੀ ਲੋੜ ਹੈ, ਜੋ ਸਿਹਤਮੰਦੀ ਭਾਲਦਾ, ਤਾਂ ਉਹੋ ਜਿਹਾ ਮਾਹੌਲ ਹੋਣਾ ਬੇਹੱਦ ਜ਼ਰੂਰੀ ਹੈ ਕਿ ਨਹੀਂ? ਬਿਲਕੁਲ ਠੀਕ ਕਹਿੰਦੇ ਹੋ, ਕਿਉਂਕਿ ਉੱਥੇ ਜਾ ਕੇ ਮਹਿਸੂਸ ਹੁੰਦਾ ਵੀ ਅਸੀਂ ਇੰਨੀ ਭੱਜ ਦੌੜ ਦੇ ਵਿੱਚ ਜਦੋਂ ਬੈਠੇ ਹੋਈਏ, ਉਹਦੇ ਵਿੱਚੋਂ ਕਿੰਨਾ ਇੱਕ ਵੱਖ ਜਿਹਾ ਮਾਹੌਲ, ਕੋਈ ਸ਼ਾਪਿੰਗ ਮਾਲਸ ਨਹੀਂ, ਕੋਈ ਤੁਸੀਂ ਮੋਮੋਜ਼ ਨਹੀਂ ਖਾਣੇ, ਕੁਛ ਨਹੀਂ ਖਾਣਾ, ਪਰ ਉਹ ਤੁਸੀਂ ਉੱਥੇ ਦੀਆਂ ਸੱਚ ਦੱਸਾਂ ਕਿ ਉਹ ਮੈਂ ਰੈਸਪੀਜ਼ ਤਾਂ ਭਾਵੇਂ ਸਿੱਖ ਲਿਆਈਆਂ, ਬੜੀਆਂ ਲਿਖ ਕੇ ਲਿਆਈ ਕਿ ਇੰਨੀਆਂ ਕਮਾਲ ਦੀ ਤੁਸੀਂ ਇਹ ਖੁਰਾਕ ਹਜ਼ਮ ਵੀ ਹੋ ਜਾਂਦੀ ਹੈ, ਉਹਨਾਂ ਦੀ ਮਠਿਆਈ ਵੱਖ ਕਿਸਮ ਦੀ, ਸਭ ਕੁਛ। ਪਰ ਮੁਸੀਬਤ ਇਹ ਸੀ ਕਿ ਜੋ ਉੱਥੋਂ ਦੀਆਂ ਜੜੀਆਂ ਬੂਟੀਆਂ ਉਹ ਵਿੱਚ ਪਾ ਦਿੰਦੇ ਸੀ ਨਾ, ਜਿਸ ਨਾਲ ਉਹ ਸਵਾਦ ਵੱਖ ਹੁੰਦਾ ਸੀ, ਉਹ ਅਸੀਂ ਇੱਥੇ ਲਿਆ ਨਹੀਂ ਸਕਦੇ। ਉਹ ਚੀਜ਼ ਤੋਂ ਬਗੈਰ ਉਹਨਾਂ ਸਵਾਦ ਹੀ ਨਹੀਂ ਆਉਂਦਾ ਜੋ ਉੱਥੇ ਦੀ ਬਣੀ ਹੋਈ ਚੀਜ਼ ਦਾ ਆਉਂਦਾ। ਪਰ ਉੱਥੇ ਕੁਦਰਤ ਦੇ ਤੁਸੀਂ ਇੰਨੇ ਨੇੜੇ ਹੋ ਜਾਂਦੇ ਹੋ ਨਾ, ਤੁਹਾਨੂੰ ਜਿਵੇਂ ਉੱਥੇ ਹੁਣ ਦੱਸ ਰਹੇ ਸਨ ਕਿ ਇੱਥੇ ਪਹਿਲਾਂ ਆ ਕੇ
ਕਈ ਵਾਰ ਕੋਈ 10-10 ਦਿਨ ਰਹਿ ਕੇ ਇੱਥੇ ਦੀਆਂ ਪੇਂਟਿੰਗਸ ਬਣਾ ਕੇ ਜਾਂਦਾ ਰਿਹਾ, ਕੋਈ ਆਂਦਾ ਉਹ ਆਪਣਾ ਲਿਖਣ ਦਾ ਕੰਮ ਇੱਥੇ ਕਰਦਾ ਰਹਿੰਦਾ ਹੈ, ਜਾਂ ਜਿਹੜੇ ਬਾਹਰੋਂ ਆਉਂਦੇ ਨੇ ਲੋਕ, ਉਹ ਤਾਂ ਸਾਰਾ ਹੀ ਦਿਨ ਇਹ ਅਲੱਗ-ਅਲੱਗ ਪੱਤੇ ਜਾਂ ਅਲੱਗ-ਅਲੱਗ ਕਿਸਮ ਦੀਆਂ ਬਹੁਤ ਵੱਖ ਕਿਸਮ ਦੀਆਂ ਜੜੀਆਂ ਬੂਟੀਆਂ ਉੱਥੇ ਕਰਦੇ ਨੇ। ਹੁਣ ਉੱਥੇ ਪਿੰਡ ਵਾਲਿਆਂ ਨੇ ਇੱਕ ਹੋਰ ਇੰਟਰਸਟਿੰਗ ਚੀਜ਼ ਦੱਸੀ, ਜੀ ਉੱਥੇ ਦਾ ਯਾਨੀ ਮੈਂ ਦੱਸ ਦਿਆਂ ਵੀ ਕੇਰ ਸਾਂਗਰੀ ਹੁੰਦੀ ਜੇ, ਦਾਲ ਭਾਟੀ ਚੂਰਮਾ ਹੁੰਦਾ ਜੇ, ਲਾਲ ਮਾਸ ਉਹਨਾਂ ਦਾ, ਲਸਣ ਦੀ ਚਟਨੀ ਜੇ ਨਹੀਂ ਨਾ ਉਹਨਾਂ ਦੀ ਖਾਧੀ ਤੁਸੀਂ ਸੱਚਮੁੱਚ ਕੁਝ ਵੀ ਨਹੀਂ ਖਾਧਾ। ਉਹ ਮੈਂ 2-3 ਵਾਰ ਬਣਾ ਕੇ ਉੱਥੇ ਆ ਕੇ ਦੇਖੀ, ਪਰ ਉਹ ਜੜੀਆਂ ਜਿਹੀਆਂ ਬੂਟੀਆਂ ਵਿੱਚ ਪਾਉਂਦੇ ਸਨ, ਉਸ ਤੋਂ ਬਗੈਰ ਉਹ ਟੇਸਟ ਨਹੀਂ ਬਣਦਾ, ਉਹ ਆਮ ਹੀ ਲਸਣ ਵਾਂਗ ਰਹਿ ਜਾਂਦਾ। ਈਵਨ ਪਾਪੜ ਦੀ ਸਬਜ਼ੀ, ਮੈਂ ਹੈਰਾਨ ਸੀ, ਇਹ ਵੀ ਚੀਜ਼ ਕਦੇ ਹੁੰਦੀ ਹੈ ਕੁਛ, ਗੱਟਾ ਜਾਂ ਉੱਥੇ ਅਨੇਕ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ, ਤੁਸੀਂ ਹਰ ਵੇਲੇ ਦੀ ਵੱਖ ਡਿਸ਼ ਤਿਆਰ ਹੁੰਦੀ ਹੈ। ਤੁਹਾਨੂੰ ਮਤਲਬ ਉਹ ਭਾਵੇਂ ਪੁੱਛਦੇ ਨੇ ਤੁਸੀਂ ਪੰਜਾਬ ਤੋਂ ਜੀ ਪੁੜੀਆਂ ਛੋਲੇ ਹੀ ਖਾਓਗੇ, ਸਾਰੇ ਖਾਂਦੇ ਨੇ ਕਿ ਨਾ ਜੀ ਨਾ ਅਸੀਂ ਇੱਥੋਂ ਦੇ ਹੀ ਖਾਵਾਂਗੇ, ਤੁਸੀਂ ਖਵਾ ਕੇ ਦਿਖਾਓ। ਉਹ ਜਿਸ ਤਰੀਕੇ ਦੀ ਖੂਬਸੂਰਤ ਉਹ ਬਾਜਰੇ ਦੀ ਰੋਟੀ ਆਂਦੀ ਹੈ ਜਾਂ ਮੱਕੀ, ਸੱਚ ਦੱਸਾਂ ਜ਼ਿੰਦਗੀ ਲੰਘ ਗਈ ਪਰ ਮੈਂ ਉਨੀ ਸਵਾਦ ਮੱਕੀ ਦੀ ਰੋਟੀ, ਇੰਨੀ ਨਰਮ ਪੁਲੀ ਕਿ ਜਿਹੜੀ ਤੁਹਾਡੇ ਘੁਲੀ ਜਾਂਦੀ ਹੈ, ਮੂੰਹ 'ਚ ਚੱਪਣ ਦੀ ਵੀ ਲੋੜ ਨਾ ਹੋਵੇ, ਇੰਨੀ ਕਮਾਲ ਦੀ ਉੱਥੇ ਦੀ ਉਹ ਲੋਕਲ ਉਪਜ ਜੇ। ਹੂੰ ਉਹਦੇ ਵਿੱਚ ਮੈਂ 2-3 ਜਿਵੇਂ ਚੀਜ਼ਾਂ ਜ਼ਿਕਰ ਕਰ ਰਹੀ ਸਾਂ, ਕੁਦਰਤੀ ਖੂਬਸੂਰਤੀ ਲਈ ਜਾਂ ਵਾਲ ਰੰਗਣ ਲਈ, ਇਹਦੇ 'ਚ ਉਹਦੇ ਨਾਲ ਇੱਕ ਹੋਰ ਅਹਿਮ ਗੱਲ ਦੱਸਦੇ ਆ, ਜੀ ਉੱਥੇ ਔਰਤਾਂ ਜ਼ਿਆਦਾ ਕੰਮ ਕਰਦੀਆਂ ਨੇ, ਪਾਣੀ ਵੀ ਹੂੰ ਭਰ ਕੇ ਉਹਨਾਂ ਨੇ ਲਿਆਣਾ, ਰੋਟੀ ਵੀ ਸਭ ਕੁਝ ਕਰਨਾ। ਸੋ ਉੱਥੇ ਬੰਦੇ ਜ਼ਿਆਦਾਤਰ ਬੈਠ ਕੇ ਹੁੱਕਾ ਪੀ ਲੈਣਗੇ, ਤਾਸ਼ ਖੇਡ ਲੈਂਦੇ ਨੇ। ਇਹੋ ਜਿਹਾ ਉੱਥੇ ਦਾ ਕੰਮ ਜੇ, ਜਿਨ੍ਹਾਂ ਦਾ ਉਹਨਾਂ ਦੇ ਨਾਲ ਬੱਚੇ ਬੈਠੇ ਉਸੇ ਤਰ੍ਹਾਂ ਦੇ ਹੀ ਬਣੇ ਜਾਂਦੇ ਨੇ। ਕੁੜੀਆਂ ਜਿਹੜੀਆਂ ਛੋਟੀਆਂ ਵੀ ਨੇ, ਉਹ ਖੇਤਾਂ ਵਿੱਚ ਵੀ ਜਾਂਦੀਆਂ ਨੇ, ਪਾਣੀ ਵੀ ਭਰਨ ਜਾਂਦੀਆਂ ਨੇ। ਇਹ ਸਾਰਾ ਕੰਮ ਲੰਬਾ ਲੰਬਾ ਸਫ਼ਰ ਵੀ ਜਾ ਕੇ, ਜੇ ਕੋਈ ਜੜੀਆਂ ਬੂਟੀਆਂ ਵੀ ਫਰਜ਼ ਕਰੋ, ਕਿਉਂਕਿ ਹੁਣ ਪਹਾੜ ਕਾਫੀ ਜਿਵੇਂ ਉੱਥੋਂ ਦੇ ਗਾਇਬ ਹੁੰਦੇ ਜਾਂਦੇ ਨੇ, ਤਾਂ ਬੜੀ ਦੂਰ ਜਾ ਕੇ ਕੁਝ ਜੜੀਆਂ ਬੂਟੀਆਂ ਉਹਨਾਂ ਨੂੰ ਲਿਆਣੀਆਂ ਪੈਂਦੀਆਂ ਕਿ ਉਹ ਇੱਥੇ ਹੀ ਹੁੰਦੀਆਂ ਸੀ, ਹੁਣ ਉਹ ਗਾਇਬ ਹੁੰਦੀਆਂ ਜਾਂਦੀਆਂ, ਜੋ ਜੀ ਇੱਕ ਖਤਰਨਾਕ ਸੰਕੇਤ ਹੈ ਸਾਡੇ ਲਈ ਕਿ ਉਹ ਹੂੰ ਕੁਦਰਤੀ ਚੀਜ਼ਾਂ ਜੋ ਗਾਇਬ ਹੋ ਰਹੀਆਂ ਨੇ। ਉਹਨਾਂ ਚੋਂ ਇੱਕ ਜੜੀ ਬੂਟੀ ਸੀ ਜਿਹਨੂੰ ਉਹ ਤਿਲਸਮੀ ਜਾਂ ਕੁਝ ਇਹੋ ਜਿਹੇ ਸ਼ਬਦ ਵਰਤਦੇ ਸਨ ਉੱਥੇ ਦੀ ਆਪਣੀ ਜ਼ਬਾਨ ਵਿੱਚ। ਜਦੋਂ ਪੁੱਛਿਆ ਕਿ ਇਹ ਕੀ ਚੀਜ਼ ਹੈ, ਹੁਣ ਉਹ ਕਹਿੰਦੀ ਜੀ ਸਾਡੇ ਹਸਪਤਾਲ ਤਾਂ ਇੱਥੇ ਹੈ ਨਹੀਂ। ਸੋ ਅਸੀਂ ਇਹ ਜਦੋਂ ਸੱਪ ਕੱਟੇ ਵਾਲੇ ਜਿੰਨੇ ਵੀ ਅਸੀਂ ਬਚਾਏ ਨੇ, ਸਾਨੂੰ ਨਹੀਂ ਪਤਾ, ਵੱਡੇ ਵਡੇਰਿਆਂ ਨੇ ਦੱਸਿਆ ਇਸ ਜੜੀ ਬੂਟੀ ਨੂੰ, ਜੋ ਕਿ ਹੁਣ ਨੇੜੇ ਨਹੀਂ ਮਿਲਦੀ, ਦੂਰੋਂ ਲਿਆਣੀ ਪੈਂਦੀ, ਉਗਦੀ ਵੀ ਨਹੀਂ। ਉਹ ਕਹਿੰਦੇ ਉਹ ਖਾਸ ਥਾਂ ਤੇ ਹੀ ਉਗਦੀ ਜੇ, ਜਿਹੜੇ ਉਹੀ ਜੇ ਅੰਦਰੋਂ ਜ਼ਮੀਨ ਚੋਂ ਕੁਝ ਉਹਨਾਂ ਨੂੰ ਮਿਲੇ। ਉਹ ਹੁਣ ਕਿਉਂਕਿ ਜਿਵੇਂ ਪਹਾੜ ਗਾਇਬ ਹੋਈ ਜਾਂਦੇ ਨੇ, ਸੋ ਉਹ ਜੜੀ ਬੂਟੀ ਨੂੰ ਉਹ ਕਹਿੰਦੇ ਜੀ ਅਸੀਂ ਰਗੜ ਕੇ ਉਹਦੇ ਵਿੱਚ ਤੇ ਉਹਨੂੰ ਹੀ ਮਲ ਕੇ ਉੱਤੇ ਲਾ ਦਿੰਦੇ ਹਾਂ, ਉਹ ਜ਼ਹਿਰ ਚੂਸ ਲੈਂਦੀ ਜੇ। ਸੋ ਜਿੰਨੇ ਵੀ ਅਸੀਂ ਬਚਾਏ ਨੇ, ਇਹ ਜੀ ਕੁਦਰਤੀ ਜੜੀ ਬੂਟੀ ਨੂੰ ਉਹਦੇ ਉੱਤੇ ਲਾ ਕੇ ਬਚਾ ਲਏ ਨੇ। ਇਸੇ ਤਰ੍ਹਾਂ ਉਹਨਾਂ ਨੇ ਹੁਣ ਤੁਲਸੀ ਦੇ ਨਾਲ ਉਹਨਾਂ ਨੇ ਬਣਾਇਆ ਹੋਇਆ ਸੀ ਇੱਕ ਕੁਦਰਤੀ ਬੂਟਾ ਜੇ ਉੱਥੇ, ਜੋ ਜਵੈਣ ਜੇ ਹੂੰ ਬੂਟਾ ਜੇ ਉੱਤੇ ਲੱਗਦਾ, ਉਹਦਾ ਜੀ ਤੁਸੀਂ ਮੈਂ ਪੱਤਾ ਖਾ ਕੇ ਦੇਖਿਆ ਹੈ, ਸੱਚਮੁੱਚ ਉਹ ਤੁਹਾਨੂੰ ਇੰਝ ਹੀ ਲੱਗਦਾ ਮੂੰਹ ਵਿੱਚ ਜਿਵੇਂ ਤੁਸੀਂ ਜਵੈਣ ਆਪਣੇ ਦਾਣੇ ਨੇ ਉਸੇ ਤਰ੍ਹਾਂ ਦਾ ਹੀ ਜੇ, ਬਿਲਕੁਲ ਉਹ ਪੱਤਾ ਹੀ ਕੁਦਰਤੀ ਪੱਤਾ ਹੈ ਹੀ, ਉਹਦਾ ਨਾਮ ਹੀ ਜਵੈਣ ਉਹਨਾਂ ਨੇ ਰੱਖਿਆ। ਜੀ ਸੋ ਉਹ ਸਬਜ਼ੀ ਵਿੱਚੋਂ ਕੁਦਰਤੀ ਪੱਤਾ ਪਾਉਂਦੇ ਨੇ। ਉਹ ਹਾਜ਼ਮੇ ਲਈ ਇੰਨਾ ਕੁ ਵਧੀਆ ਹੈ ਕਿ ਉਹ ਕਹਿੰਦੇ ਸਾਨੂੰ ਕਦੇ ਬਦਹਜ਼ਮੀ ਵਰਗੀ ਕੋਈ ਚੀਜ਼ ਹੋਈ ਹੀ ਨਹੀਂ। ਸੋ ਉਹ ਮਤਲਬ ਇੱਕ ਪੱਤਾ ਬਿਲਕੁਲ ਟੇਸਟ ਜਵੈਣ ਵਾਂਗ ਕਰੇ। ਜਾਂ ਇਸੇ ਤਰ੍ਹਾਂ ਉਹਨਾਂ ਨੇ ਅੱਕ ਜਾਂ ਧਤੂਰ, ਆਪਾਂ ਕਦੇ ਗੱਲ ਕਰਾਂਗੇ ਉਹਦੇ ਵੀ ਇੱਕ ਅਗਲੇ ਪ੍ਰੋਗਰਾਮ 'ਚ ਜ਼ਰੂਰ। ਧਤੂਰਾ ਜਿਹਨੂੰ ਅਸੀਂ ਜ਼ਹਿਰ ਗਿਣਦੇ ਹਾਂ, ਯਾਨੀ ਤਗੜਾ ਜ਼ਹਿਰ, ਹੂੰ ਉਹਨੂੰ ਕਿਸ ਤਰੀਕੇ ਉਹਨਾਂ ਨੇ ਵਿੱਚੋਂ ਦਵਾਈ ਵਾਂਗ ਬਣਾ ਕੇ ਉਹ ਵਰਤਦੇ ਨੇ। ਜਿਹੜੇ ਜਿਸਨੂੰ ਵੀ ਹੋਵੇ ਟੱਟੀਆਂ ਲੱਗੀਆਂ ਹੋਣ, ਉਸੇ ਨੂੰ ਹੀ ਉਹ ਰੱਤੀ ਇੱਕ ਚੂਰਨ ਜਿਹਾ ਉਹਦਾ ਉਹਨੂੰ ਚਟਾ ਦਿੰਦੇ ਨੇ, ਉਹ ਠੀਕ ਹੋ ਜਾਂਦੇ ਨੇ, ਕਦੇ ਵੀ ਕੁਝ ਨਹੀਂ ਇਸ ਤੋਂ ਵੱਧ ਹੋਇਆ। ਜੀ ਸੋ ਇਹ ਕੁਦਰਤੀ, ਮੈਂ ਉਸ ਤੋਂ ਬਾਅਦ ਸਗੋਂ ਉੱਥੇ ਹੀ ਬੈਠ ਕੇ ਲੱਭਣਾ ਸ਼ੁਰੂ ਕੀਤਾ, ਮੈਨੂੰ ਇੰਨੇ ਫਾਇਦੇ ਦਿਸੇ ਵੀ ਅੱਛਾ ਇਹ ਜ਼ਹਿਰ ਮੰਨਦੇ ਆ ਜਿਸਨੂੰ ਕਿ ਘੋੜੇ ਜਾਂ ਕੁਝ ਚੱਬ ਜਾਣ ਸਿੱਧੇ ਪੱਤੇ ਮਰ ਸਕਦੇ ਨੇ। ਉਸ ਜ਼ਹਿਰ ਚੋਂ ਵੀ ਕਿਸ ਤਰੀਕੇ ਇਹਨਾਂ ਨੇ, ਇਹਨਾਂ ਦੇ ਵੱਡੇ ਵਡੇਰਿਆਂ ਨੇ ਸਿਖਾਇਆ ਕਿ ਕੁਦਰਤੀ ਚੀਜ਼ਾਂ ਨਾਲ ਜੁੜੋ, ਕਿਵੇਂ ਉਹਦੇ ਵਿੱਚੋਂ ਵੀ ਇਹ ਬਿਮਾਰੀਆਂ ਨੂੰ ਠੀਕ ਕਰੀ ਜਾਂਦੇ ਨੇ। ਉਹਦੇ ਵਿੱਚ ਬਲੱਡ ਪ੍ਰੈਸ਼ਰ ਘਟਾਉਣ ਦੀ ਦਵਾਈ ਤੱਕ ਉੱਥੇ ਇੱਕ ਨੇ ਬਜ਼ੁਰਗ ਜਿਨ੍ਹਾਂ ਨੇ ਕਿਹਾ ਵੀ ਮੈਂ ਕਾਫੀ ਸਮਾਂ ਉਹਨਾਂ ਕੋਲ ਬੈਠ ਕੇ ਸਿੱਖਦੀ ਰਹੀ। ਜੀ ਉਹ ਦੱਸ ਰਹੇ ਸਨ ਕਿ ਇਸ ਤਰ੍ਹਾਂ ਅਸੀਂ ਇਹਦੇ ਵਿੱਚੋਂ ਜਦੋਂ ਕੋਈ ਆਂਦਾ ਜੇ ਤਾਂ ਅਸੀਂ ਇਹਦੇ ਵਿੱਚੋਂ ਹੀ ਬਣਾਈ ਦਵਾਈ ਵੀ ਦੇ ਦਿੰਦੇ ਹਾਂ, ਤੇ ਉਹਨੂੰ ਨਾਲ ਦੱਸਦੇ ਹਾਂ ਵੀ ਕੁਦਰਤੀ ਖੁਰਾਕ ਤੇ ਆ ਜਾ, ਰੋਜ਼ ਲੰਬੇ ਸੈਰ ਕਰਿਆ ਕਰ ਤੇ ਆ ਖਾਈ ਜਾ ਤੇ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਜੇ। ਸੋ ਏਦਾਂ ਦੀਆਂ ਚੀਜ਼ਾਂ
ਬੜੀਆਂ ਇੰਟਰਸਟਿੰਗ ਦੀਆਂ ਪਤਾ ਲੱਗੀਆਂ, ਜਿੱਥੇ ਮੇਰਾ ਖਿਆਲ ਹੈ ਜ਼ਿਆਦਾ ਸਮਾਂ ਜੇ ਰਵੋ ਤਾਂ ਤੁਸੀਂ ਕਾਫੀ ਕੁਝ ਸਿੱਖ ਕੇ ਆ ਸਕਦੇ ਹੋ, ਬਸ਼ਰਤੇ ਕਿ ਆਪਾਂ ਵਾਪਸ ਜਦੋਂ ਉਸੇ ਰੂਟੀਨ ਚ ਆਉਂਦੇ ਆ ਨਾ, ਵੇਖ ਕੇ ਹਾਸਾ ਜਿਹਾ ਹੀ ਆਉਂਦਾ ਹੈ। ਅਸੀਂ ਸਾਰੇ ਇੱਕ ਦੌੜ ਚ ਹੀ ਜੁਟੇ ਹੋਏ ਆ। ਸੱਚ ਦੱਸਾਂ, ਤੁਸੀਂ ਹੂੰ ਆਪਣੇ ਵੱਲ ਵੀ ਝਾਤ ਮਾਰੋ, ਜੋ ਸਵੇਰੇ ਉੱਠਦੇ ਆ ਰਾਤ ਹੂੰ ਤੱਕ ਉਹ ਦੌੜ ਮੁੱਕਦੀ ਨਹੀਂ, ਅਗਲੇ ਦਿਨ ਦੀ ਦੌੜ ਫਿਰ ਸ਼ੁਰੂ, ਫਿਰ ਤੀਜੇ ਦਿਨ ਦੀ। ਕਦੇ ਵੀ ਦਿਨ ਵਿੱਚ ਇਹ ਸਮਾਂ ਨਹੀਂ ਮਿਲਦਾ 1 ਘੰਟਾ ਰੁਕ ਕੇ, ਜੇ ਅਸੀਂ ਵੀ ਇਹ ਕੁਦਰਤੀ ਜੜੀਆਂ ਬੂਟੀਆਂ ਨੂੰ, ਅਸੀਂ ਜਿਨ੍ਹਾਂ ਨੂੰ ਖਤਮ ਕਰਦੇ ਜਾ ਰਹੇ ਹਾਂ, ਜਿਹੜੀ ਲੰਮੀ ਉਮਰ ਦਾ ਰਾਜ਼ ਨੇ, ਬਿਮਾਰੀਆਂ ਜੀ ਤੋਂ ਬਚਾਉਂਦੀਆਂ ਨੇ, ਸਗੋਂ ਹੂੰ ਇਹਨਾਂ ਨੂੰ ਪ੍ਰੀਜ਼ਰਵ ਕਰਨਾ ਸਿੱਖੀਏ, ਆਵਾਜ਼ ਸਾਂਝੀ ਚੁੱਕੀਏ। ਵੀ ਪਹਾੜ ਤਾਂ ਤੁਸੀਂ ਨਾ ਕਿ ਆਪਣੇ 1000 ਕਰੋੜ, 2000 ਕਰੋੜ, 5000 ਕਰੋੜ, 50000 ਕਰੋੜ ਇਕੱਠੇ ਕਰ ਲਓਗੇ, ਚਲੋ ਮੰਨਿਆ, ਫਿਰ ਅੱਗੋਂ ਮੌਤ ਹੀ ਹੋ ਜਾਏਗੀ ਤੇ ਇੱਥੇ ਹੀ ਛੱਡ ਕੇ ਜਾਣਾ ਜੇ। ਮੈਂ ਤਾਂ ਹੁਣ ਵੀ ਦੇਖਿਆ ਉੱਥੇ ਜਿੱਥੋਂ ਅਸ਼ਰਫੀਆਂ ਦੱਬੀਆਂ, ਉੱਥੋਂ ਕਿਤੇ ਇਹਨਾਂ ਨੇ ਕੱਢੀਆਂ ਹੋਣੀਆਂ, ਕਿਸ ਤਰ੍ਹਾਂ, ਯਾਨੀ ਇਹ ਸਾਰਾ ਖਜ਼ਾਨਾ, ਪੂਰੀ ਇੱਕ ਮੰਜ਼ਿਲ ਪੂਰੀ ਦੀ ਪੂਰੀ ਜਿਹੜੀ ਸਿਰਫ ਪੈਸਿਆਂ ਦੀ ਭਰੀ, ਯਾਨੀ ਉਹ ਪੈਸੇ ਤਾਂ ਕੀ ਉਦੋਂ ਮੇਰਾ ਖਿਆਲ ਮੋਹਰਾਂ ਹੀ ਹੋਣਗੀਆਂ, ਜਾਂ ਜੋ ਵੀ ਹੋਏਗਾ ਸੋਨਾ ਚਾਂਦੀ, ਉਹ ਅਸ਼ਰਫੀਆਂ ਜਾਂ ਜੋ ਉੱਥੇ ਦੱਬੇ ਜਾਣ ਦਾ ਇੱਕ ਮੰਜ਼ਿਲ ਦੇ ਵਿੱਚ ਇੱਕ ਤਹਿਖਾਨਾ ਪੂਰਾ ਬਣਾਇਆ ਹੋਇਆ ਸੀ, ਜਿਹਦੇ ਚ ਜਾਣ ਦੀਆਂ ਪੌੜੀਆਂ ਬਰੀਕ, ਉਹਦੇ ਕਿਵੇਂ ਮਸ਼ਾਲਾਂ ਉੱਥੇ ਵੀ ਅੰਦਰ ਜ਼ਮੀਨ ਦੇ ਅੰਦਰ, ਯਾਨੀ ਕਿੰਨੀ ਖੂਬਸੂਰਤ ਤਰੀਕੇ ਨਾਲ ਹਵਾ ਜਾਣ ਦਾ ਵੀ ਉੱਥੇ ਤਰੀਕਾ ਸੀ ਕਿ ਤੁਹਾਡਾ ਸਾਹ ਨਹੀਂ ਘੁੱਟ ਜਾਏਗਾ। ਤੋ ਹੂੰ ਏਦਾਂ ਦਾ ਸਿਸਟਮ ਉੱਥੇ ਬਣਿਆ ਹੋਇਆ ਸੀ ਕਿ ਉਹਨਾਂ ਸਮਿਆਂ ਵਿੱਚ ਵੀ ਬੰਦਿਆਂ ਨੇ ਚੁੱਕ ਕੇ ਐਡੇ ਐਡੇ ਪੱਥਰ, ਜਿਹੜੇ ਅਜੇ ਵੀ ਹਿੱਲੇ ਨਹੀਂ, ਜਿਨ੍ਹਾਂ ਨੂੰ ਲਾਈਮਸਟੋਨ ਨਾਲ ਸਿਰਫ ਜੋੜਿਆ ਹੋਇਆ, ਉਹ ਅਜੇ ਵੀ ਉੱਥੇ ਹੀ ਖੜੇ ਨੇ। ਪਰ ਛੱਤੀਆਂ ਤੱਕ ਬਚੀਆਂ ਖੜੀਆਂ ਹੋਣੀਆਂ, ਸਾਡੀਆਂ ਤਾਂ ਰੱਤਿਕ ਵੀ ਇੱਥੇ ਕੁਝ ਝਟਕਾ ਆ ਜੇ ਤੇ ਸਾਰਾ ਢਹਿ ਢੇਰੀ ਹੋ ਜਾਂਦਾ ਹੈ। ਜੀ ਤੇ ਇੰਨਾ 800 ਸਾਲ ਪੁਰਾਣੇ ਪਰ ਛੱਤੀਆਂ ਤੱਕ ਬਚੀਆਂ ਹੋਣ, ਤੇ ਬੰਦੇ ਚੁੱਕ ਚੁੱਕ ਕੇ ਉਦੋਂ ਲਿਜਾਂਦੇ ਹੋਣ, ਯਾਨੀ ਕਰੂਰਤਾ ਤਾਂ ਸਿਖਰ ਤੇ ਉਹਨਾਂ ਸਮਿਆਂ ਵਿੱਚ ਵੀ ਸੀ ਕਿ ਜੇ ਇੱਕ ਪਾਸੇ ਰਾਜੇ ਸੀ ਤਾਂ ਪਰਜਾ ਤਾਂ ਇਸੇ ਤਰ੍ਹਾਂ ਹੀ ਪਿਸਦੀ ਰਹੀ, ਇਸੇ ਤਰ੍ਹਾਂ ਹੀ ਉਹਨਾਂ ਤੋਂ ਪੈਸੇ ਉਦੋਂ ਵੀ ਉਗਰਾਏ ਜਾਂਦੇ ਰਹੇ, ਉਹੀ ਕੁਛ ਅੱਜ ਤੁਰੀ ਜਾਂਦਾ ਹੈ। ਉਹਦੇ ਚ ਹੂੰ ਤਬਦੀਲੀ ਨਹੀਂ ਅਸੀਂ ਲਿਆਏ। ਜਿਵੇਂ ਮੈਂ ਦੱਸਿਆ ਕਿ 800 ਸਾਲ ਪੁਰਾਣਾ ਵੀ ਜੇ ਇਹਨਾਂ ਲੋਕਾਂ ਨੂੰ ਨੀਵੀਂ ਜਾਤ ਕਹਿ ਕੇ ਵੱਖ ਰੱਖਿਆ, ਤਾਂ ਅੱਜ ਵੀ ਉਹੀ ਕੁਛ ਤੁਰੀ ਜਾਂਦਾ ਹੈ। ਪਰ ਅਸੀਂ ਕੁਦਰਤ ਵੱਲੋਂ ਮਿਲੀਆਂ ਸੌਗਾਤਾਂ ਗਾਇਬ ਕਰ ਰਹੇ ਹਾਂ, ਉਹ ਵਾਕਈ ਬੜੀ ਖਤਰਨਾਕ ਰੁਝਾਨ ਹੈ। ਤੇ ਮੈਂ ਦੱਸਦੀ ਹਾਂ, ਲਗਭਗ 4700 ਦੇ ਕਰੀਬ ਅਜਿਹੀਆਂ ਅਣਮੁੱਲੀਆਂ ਜੜੀਆਂ ਬੂਟੀਆਂ ਹੂੰ ਸਾਡੇ ਹੀ ਭਾਰਤ ਵਿੱਚ ਸਨ, ਜੋ ਅਸੀਂ ਪੂਰੀ ਤਰ੍ਹਾਂ ਗਾਇਬ ਕਰ ਚੁੱਕੇ ਹੋਏ ਹਾਂ, ਜੀ ਜਿਨ੍ਹਾਂ ਦੇ ਵਿੱਚ ਕੁਝ ਅਜੇ ਵੀ ਚਾਈਨਾ ਵਿੱਚ ਨੇ, ਉਹ ਆਪਣੀਆਂ ਦਵਾਈਆਂ 'ਚ ਵਰਤਦੇ ਨੇ। ਜਾਪਾਨ ਵਿੱਚ ਕੁਝ ਉਹਨਾਂ ਨੇ ਪ੍ਰੀਜ਼ਰਵ ਕੀਤੀਆਂ, ਉੱਥੇ ਵੀ ਉਹ ਵਰਤ ਰਹੇ ਨੇ। ਪਰ ਅਸੀਂ ਉਸ ਪਾਸੇ ਵੱਲ ਅਜੇ ਧਿਆਨ ਨਹੀਂ ਦੇ ਰਹੇ ਕਿ ਉਹ ਵੱਡਮੁੱਲੀਆਂ ਦਾਤਾਂ ਸੀ ਸਾਡੇ ਕੋਲ, ਜੋ ਖਤਮ ਹੀ ਕਰਤੀਆਂ, ਹੈ ਹੀ ਨਹੀਂ, ਹੁਣ ਕਿਸਮਾਂ ਹੀ ਹੂੰ ਹੈ ਨਹੀਂ, ਲੱਭਦੀਆਂ ਹੀ ਨਹੀਂ। ਜੀ ਤੋ ਅਸੀਂ ਬਿਮਾਰੀਆਂ ਤਾਂ ਜ਼ਰੂਰ ਲਿਆ ਰਹੇ ਹਾਂ, ਪਰ ਇਲਾਜ ਵਜੋਂ ਕੁਝ ਛੱਡਿਆ ਨਹੀਂ ਅਸੀਂ। ਤਾਂ ਕੋਸ਼ਿਸ਼ ਕਰੀਏ ਕਿ ਉਹਨਾਂ ਵਿੱਚੋਂ ਹੀ ਅਸੀਂ ਜੇ ਕੁਝ ਕੁ ਬਚਾ ਲਈਏ, ਦੁਬਾਰਾ ਅਸੀਂ ਉਹਨਾਂ ਨੂੰ ਕਿਸੇ ਹੀ ਤਰੀਕੇ ਰਿਵਾਈਵ ਕਰੀਏ। ਜਿਵੇਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਹੁਣ ਬਾਹਰੋਂ ਜੇ ਜਾਨਵਰ ਲਿਆ ਸਕਦੇ ਨੇ ਜਿਨ੍ਹਾਂ ਦੀਆਂ ਪ੍ਰਜਾਤੀਆਂ ਮੁੱਕ ਰਹੀਆਂ ਨੇ, ਤਾਂ ਇਸੇ ਤਰ੍ਹਾਂ ਕੁਝ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ, ਜਿਹੜੀਆਂ ਜ਼ਿੰਦਗੀ ਲੰਬੀ ਦਿੰਦੀਆਂ ਹੋਣ। ਉਹੀ ਹੂੰ ਜਿਹੀਆਂ ਜੜੀਆਂ ਬੂਟੀਆਂ ਬਚਾ ਕੇ ਪ੍ਰੀਜ਼ਰਵ ਕਰਕੇ ਇੱਥੇ ਫਿਰ ਲਿਆਈਆਂ ਜਾਣ, ਜਿਨ੍ਹਾਂ ਤੋਂ ਅੱਗੇ ਜੇ ਕੁਦਰਤੀ ਦਵਾਈਆਂ ਦੇ ਰੂਪ ਵਿੱਚ, ਜਿਵੇਂ ਮੈਂ ਦੱਸਿਆ, ਤੁਸੀਂ ਸਿੱਧਾ ਹੀ ਪੱਤਾ ਚੱਬ ਸਕਦੇ ਹੋ, ਉਹਨੂੰ ਕੋਈ ਜੀ ਖਰਾਬੀ ਨਹੀਂ, ਕੁਝ ਵੀ ਨਹੀਂ, ਬਿਲਕੁਲ ਜੀਰੇ ਦਾ ਸਵਾਦ ਆਏਗਾ। ਤਾਂ ਉਹ ਤੁਸੀਂ, ਅਸੀਂ ਜੋ ਜੀਰਾ ਪਾਣਾ ਜਾਂ ਇੱਕ ਕੁਦਰਤੀ ਪੱਤੇ ਚੋਂ ਸਵਾਦ ਆ ਜਾਣਾ, ਬਹੁਤ ਵੱਖ ਚੀਜ਼। ਜੀ ਬਿਲਕੁਲ। ਤੇ ਮੈਮ ਸਮਾਂ ਸਾਡੇ ਕੋਲੇ 5 ਮਿੰਟ ਦਾ ਬਾਕੀ ਬਚਿਆ, ਤਾਂ ਮੈਂ ਚਾਹਾਂਗੀ ਕਿ ਤੁਸੀਂ 5 ਮਿੰਟ ਦੇ ਅੰਦਰ ਦਰਸ਼ਕਾਂ ਨੂੰ ਕੁਝ ਅਜਿਹੇ ਟੋਟਕੇ ਜ਼ਰੂਰ ਦੱਸੋ ਕਿ ਕਿਹੜੇ ਮਸਾਲੇ ਨੇ ਜਾਂ ਕਿਹੜੀ ਚੀਜ਼ ਹੈ ਸਬਜ਼ੀ ਦੇ ਵਿੱਚ ਪਾ ਕੇ ਉਹ ਖਾ ਸਕਦੇ ਨੇ, ਜਿਸ ਦੇ ਨਾਲ ਉਹਨਾਂ ਦੇ ਸਰੀਰ ਨੂੰ ਤੰਦਰੁਸਤੀ ਮਿਲੇਗੀ ਜਾਂ ਫਿਰ ਕਿਸੇ ਬਿਮਾਰੀ ਤੋਂ ਨਿਜਾਤ ਮਿਲੇਗੀ। ਜੀ ਬਿਲਕੁਲ, ਦੇਖੋ 2 ਨੁਸਖੇ ਮੈਂ ਮੁਫਤ ਮੈਂ ਦੱਸਣ ਲੱਗੀ ਜੇ। ਇੱਕ ਜੀ ਤਾਂ ਜੇ ਤੁਸੀਂ ਪਹਿਲਾਂ ਆਪਾਂ ਨਾਨ ਵੈਜ ਦੱਸਦੇ ਹਾਂ, ਫਿਰ ਵੈਜੀਟੇਰੀਅਨ ਵੀ ਦੱਸਦੇ ਹਾਂ। ਜੀ ਨਾਨ ਵੈਜੀਟੇਰੀਅਨ, ਜੇ ਤੁਸੀਂ ਬਿਨਾਂ ਘਿਓ ਦੇ, ਬਿਨਾਂ, ਯਾਨੀ ਬਹੁਤ ਟੇਸਟੀ ਵੀ ਤੇ ਤੁਹਾਡੇ ਸਰੀਰ ਨੂੰ ਨੁਕਸਾਨ ਵੀ ਨਾ ਪਹੁੰਚੇ, ਤਾਂ ਤੁਸੀਂ ਜਿਵੇਂ ਚਿਕਨ ਲਿਆ ਕੇ ਪਾਉਂਦੇ ਹੋ, ਉਹਦੇ ਵਿੱਚ ਉਹਦਾ ਸਿਰਫ ਐਕਸੈਸ ਜਿਹੜਾ ਫੈਟ ਬਾਹਰ ਲੱਗਿਆ ਲਾ ਦਿਓ, ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਐਜ਼ ਸੱਚ ਹੀ ਇੰਜ ਕੜਾਈ ਦੇ ਵਿੱਚ ਰੱਖ ਕੇ ਹਲਕਾ ਜਿਹਾ ਸਲਾਈਟ ਜਿਹਾ, ਜਦੋਂ ਤੁਸੀਂ ਉਹਨੂੰ ਬਿਲਕੁਲ ਸਿਮ ਅੱਗ ਤੇ ਹੀ ਰੱਖਣਾ, ਉਹਦੇ ਉੱਤੇ ਤੁਸੀਂ ਇੱਕ ਨਿੰਬੂ ਤੇ ਨਾਲ ਕਾਲੀ ਮਿਰਚ ਤੇ ਨਮਕ ਪਾ ਕੇ, ਬਸ ਹੋਰ ਕੁਝ ਵੀ ਨਾ ਕਰੋ, ਉਹਨੂੰ ਢੱਕ ਕੇ ਰੱਖ ਦਿਓ। ਜੀ ਸਿਰਫ ਥੋੜੀ ਥੋੜੀ ਦੇਰ ਬਾਅਦ ਹਿਲਾਣਾ ਹੀ ਜੇ,
ਉਹ ਤੁਹਾਡਾ ਲੈਮਨ ਚਿਕਨ ਬਿਲਕੁਲ ਇੱਕ ਬੂੰਦ ਵੀ ਘਿਓ ਤੋਂ ਬਗੈਰ ਇੰਨਾ ਕੁ ਟੇਸਟੀ ਬਣਦਾ ਜੇ ਕਿ ਮੈਂ ਆਪ ਉੱਥੇ ਖੜ ਕੇ ਦੇਖਿਆ ਵੀ ਤੇ ਮੈਂ ਆਪ ਬਣਾ ਕੇ ਵੀ ਟਰਾਈ ਕੀਤਾ ਕਿ ਵਾਕਈ ਉਹ ਬਹੁਤ ਟੇਸਟੀ ਬਣਦਾ ਜੇ। ਬਸ ਉਹਦੇ ਸਿਰਫ ਉਹ ਜਿਹੜੇ ਵੱਖਰੇ ਜਿਹੜੀਆਂ ਪੱਤੇ ਅਲੱਗ ਪਾ ਦਿੰਦੇ ਨੇ ਉਹੀ ਨਹੀਂ ਸਾਡੇ ਕੋਲ, ਪਰ ਬਾਕੀ ਤੁਸੀਂ ਟਰਾਈ ਕਰ ਸਕਦੇ ਹੋ। ਬਹੁਤ ਜ਼ਿਆਦਾ ਵਧੀਆ ਹਾਈ ਕਲਾਸ ਪ੍ਰੋਟੀਨ, ਤੇ ਇਹਦੇ ਵਿੱਚ ਤੁਹਾਨੂੰ ਬਿਲਕੁਲ ਵੀ ਯਾਨੀ ਥਿੰਦੇ ਤੋਂ ਬਗੈਰ ਤੁਸੀਂ ਬੜਾ ਲਾਈਟ ਤੇ ਛੇਤੀ ਹਜ਼ਮ ਹੋਣ ਵਾਲੀ ਚੀਜ਼ ਤੇ ਬਹੁਤ ਨਰਮ ਇਹ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨ ਦੀ ਗੱਲ ਕਰਦੇ ਆ, ਮੈਂ ਗੱਲ ਕੀਤੀ ਸੀ ਲਸਣ ਦੀ ਚਟਨੀ ਦੀ। ਜੀ ਜੇ ਆਪਾਂ ਲਸਣ ਨੂੰ ਯਾਨੀ ਸਾਬਤ ਰੱਖਾਂਗੇ ਤਾਂ ਉਹ ਸਾਬਤ ਸਾਡਾ ਸਰੀਰ ਉਹਨੂੰ ਆਮ ਤੌਰ ਤੇ ਤੁਸੀਂ ਦੇਖਦੇ ਹੋਗੇ ਲਸਣ ਦਾ ਅਚਾਰ, ਲਸਣ ਦੀ ਇਸ ਤਰ੍ਹਾਂ ਬਣਾਉਂਦੇ ਆ ਤੇ ਉਹਨੂੰ ਸਾਬਤ ਹੀ ਬਣਾਉਂਦੇ ਨੇ, ਕਿਉਂਕਿ ਜਦੋਂ ਅਸੀਂ ਲਸਣ ਨੂੰ ਕੁੱਟ ਦਿੰਨੇ ਆ ਜਾਂ ਫੇਹ ਦਿੰਨੇ ਆ ਤੇ ਉਹਦੇ ਅੰਦਰਲਾ ਜੋ ਜਿਸਟ ਨਿਕਲ ਗਈ ਉਹ ਬਹੁਤੀ ਦੇਰ ਫਿਰ ਉਹਦਾ ਅਸਰ ਜੇ ਨਾ ਇੱਕਦਮ ਵਰਤੋਂ ਖਤਮ ਹੋ ਜਾਂਦਾ ਜੀ। ਜੀ ਸੋ ਇਸੇ ਲਈ ਉਹ ਅਚਾਰ ਵਗੈਰਾ ਜਦੋਂ ਬਣਾਉਂਦੇ ਨੇ ਸਾਬਤ ਹੀ ਰੱਖਦੇ ਨੇ ਕਿ ਉਹਨੂੰ ਚੱਬ ਕੇ ਖਾਧਾ ਜਾਏ। ਜੇ ਸਾਬਤ ਖਾਓਗੇ ਸਾਡਾ ਸਰੀਰ ਕੁਝ ਵੀ ਨਹੀਂ ਲਏਗਾ, ਉਹ ਇੰਝ ਹੀ ਬਾਹਰ ਨਿਕਲ ਜਾਏਗਾ। ਤੇ ਲਸਣ ਦੀ ਚਟਨੀ ਕਦੇ ਵੀ ਬਣਾ ਕੇ ਨਹੀਂ ਰੱਖਣੀ। ਜਦੋਂ ਤੁਸੀਂ ਲਾਓਗੇ ਤਾਜ਼ਾ ਹੀ ਲਸਣ ਕੁੱਟ ਕੇ, ਉਸਦਾ ਕਈ ਪਿਆਜ਼ ਨਹੀਂ ਪਾਉਂਦੇ ਜਿਹੜੇ ਉਹ ਨਾ ਪਾਣ, ਉਹਨੂੰ ਕੁੱਟ ਕੇ ਤੁਸੀਂ ਉਹਦੇ ਵਿੱਚ ਹੁਣ ਉਹਨਾਂ ਨੇ ਜੋ ਪਾਇਆ ਹੋਇਆ ਸੀ ਰਾਈ ਦੇ ਨਾਲ ਤੇ ਜ਼ਿਆਦਾ ਸਾਰੇ ਟਮਾਟਰ ਪਾ ਕੇ ਜਦੋਂ ਤੁਸੀਂ ਉਹ ਪਾਉਂਦੇ ਹੋ ਵਿੱਚ ਪੁਦੀਨੇ ਦੀਆਂ ਪੱਤੀਆਂ, ਬਾ ਕਮਾਲ ਚੀਜ਼ ਉਹ ਪੇਸ਼ ਹੁੰਦੀ ਜੇ। ਉਹਨਾਂ ਦੀ ਵਰਗੀ ਜਿਹੜੀ ਉੱਥੇ ਉਹ ਕਿਉਂਕਿ ਮਿਰਚ ਕਾਫੀ ਪਸੰਦ ਕਰਦੇ ਨੇ, ਉਹਨਾਂ ਦੀ ਜਿਹੜੀ ਲਾਲ ਮਿਰਚ ਤਾਂ ਖਾਣੀ ਨਾਮੁਮਕਿਨ ਹੈ। ਸੋ ਆਪਾਂ ਜੇ ਉਹਦੀ ਥਾਂ ਤੇ ਤੁਸੀਂ ਹਰੀ ਹਲਕੀ ਜੀ ਤੁਸੀਂ ਪਾਣੀ ਚਾਹੋ ਆਪਣੇ ਸਵਾਦ ਅਨੁਸਾਰ ਉਹ ਪਾ ਸਕਦੇ ਹੋ, ਬਸ਼ਰਤੇ ਕਿ ਇਹਨੂੰ ਜਾਂ ਤਾਂ ਦੇਖੋ ਜੇ ਤੁਸੀਂ ਪ੍ਰੀਜ਼ਰਵ ਕਰਨੀ ਜੇ ਥੋੜੇ ਦਿਨ ਰੱਖਣੀ ਜੇ ਕਿ ਰੋਜ਼ ਨਹੀਂ ਬਣਾਉਣ ਦੀ ਲੋੜ, ਕੁੱਟਣਾ ਨਹੀਂ ਤੁਸੀਂ, ਤਾਂ ਮਿਕਸੀ 'ਚ ਤਾਂ ਬਿਲਕੁਲ ਨਾ ਕਰਿਓ, ਖਤਮ ਹੀ ਕਰ ਦਿਓਗੇ ਉਹਦਾ ਸਵਾਦ। ਉਹ ਹਲਕੇ ਜਿਹੇ ਕੁੰਡੀ ਸੋਟੇ 'ਚ ਤੁਸੀਂ ਬਣਾ ਸਕਦੇ ਹੋ ਆਪਣੀ ਤਾਜ਼ੀ। ਜੇ ਤੁਸੀਂ ਪ੍ਰੀਜ਼ਰਵ ਕਰਨੀ ਹੈ ਫਿਰ ਉਹਦੇ 'ਚ ਲਸਣ ਕੁੱਟਿਓ ਨਾ, ਜਦੋਂ ਤੁਸੀਂ ਖਾਣ ਲੱਗੇ ਹੋ ਉਦੋਂ ਹੀ ਉਹਨੂੰ ਪ੍ਰੈਸ ਕਰਕੇ ਵਿੱਚ ਜਾਂ ਦੰਦਾਂ ਥੱਲੇ ਚੱਬ ਕੇ ਫਿਰ ਨਾਲ ਤੁਸੀਂ ਲੈ ਸਕਦੇ ਹੋ। ਵਰਨਾ ਇਹ ਤੁਸੀਂ ਰੂਟੀਨ ਵਿੱਚ ਜੇ ਰੋਜ਼ ਖਾਣੀ ਸ਼ੁਰੂ ਕਰ ਦਿਓ, ਬਾ ਕਮਾਲ ਅਸਰ ਤੁਹਾਨੂੰ, ਕਿਉਂਕਿ ਇਸ ਤਰ੍ਹਾਂ ਦਾ ਜਦੋਂ ਬਣਦਾ ਜੇ ਲਸਣ ਜਦੋਂ ਥੋੜੀ ਦੇਰ ਰਹਿ ਜਾਂਦਾ ਉਹਦੀ ਸਮੈਲ ਨਹੀਂ ਰਹਿੰਦੀ, ਪਰ ਉਹਦੇ 'ਚ ਇੰਨੇ ਜ਼ਿਆਦਾ ਬੇਸ਼ਕੀਮਤੀ ਉਹਦੇ ਵਿੱਚ ਅਸਰ ਨੇ। ਜਿਵੇਂ ਇਹਦੇ ਤੇ ਵੀ ਵੱਖ ਪ੍ਰੋਗਰਾਮ ਵਾਲਾ ਹੀ ਪੂਰਾ ਹਾਲ ਹੈ, ਪਰ ਮੈਂ ਦੱਸ ਦਿਆਂ ਵੀ ਜੋੜਾਂ ਦੇ ਦਰਦ ਸਮੇਤ ਹਾਜ਼ਮਾ, ਅੰਤੜੀਆਂ ਦੇ ਅਣਗਿਣਤ ਰੋਗ, ਇਹ ਸਾਰਾ ਕੁਛ ਇੰਨਾ ਅਸਰਦਾਰ ਜੇ ਇਹਦੇ ਵਿੱਚ ਕਿ ਲੋਕ ਪੁਰਾਣੇ ਸਮਿਆਂ ਵਿੱਚ ਲਸਣ ਨੂੰ ਬੰਨ ਕੇ ਤੜਾਗੀ ਵਾਂਗ ਬੱਚੇ, ਨਵਜੰਮੇ ਬੱਚੇ ਦੇ ਦੁਆਲੇ ਪਾ ਦਿੰਦੇ ਸਨ ਕਿ ਨਜ਼ਰ ਨਾ ਲੱਗੇ ਤੇ ਇਹਨੂੰ ਕੋਈ ਪੇਟ ਦੀ ਤਕਲੀਫ ਨਾ ਹੋਵੇ। ਉਸ ਤਰ੍ਹਾਂ ਨਾਲ ਬੰਨ ਕੇ ਅਸਰ ਨਹੀਂ ਹੁੰਦਾ, ਮੂੰਹ 'ਚ ਜਾਣ ਨਾਲ ਹੁੰਦਾ ਹੈ। ਤਾਂ ਲਸਣ ਦੀ ਚਟਨੀ ਜੇ ਤੁਸੀਂ ਰੋਜ਼ ਨਹੀਂ 2 ਦਿਨ ਛੱਡ ਕੇ ਹੀ ਸਹੀ ਖਾਣੀ ਸ਼ੁਰੂ ਕਰੋ, ਕਮਾਲ ਦੇਖੋ ਕੀ ਵਾਪਰਦਾ। ਬੜਿਆਂ ਦੇ ਜੋੜਾਂ ਦੇ ਦਰਦਾਂ ਵਿੱਚ ਵੀ ਇਹਦੇ 'ਚ ਅਸਰ ਦਿਸੇਗਾ, ਠੀਕ ਹੁੰਦਾ। ਸੋ ਰੂਟੀਨ 'ਚ ਖਾਣੇ ਨਾਲ ਜ਼ਰੂਰ ਇਹਨੂੰ ਵਰਤਣਾ ਸ਼ੁਰੂ ਕਰੋ, ਪਰ ਚੱਬ ਕੇ ਖਾਇਓ ਜਾਂ ਤਾਜ਼ੀ ਕੁੱਟ ਕੇ ਖਾਇਓ, ਉਹ ਬਹੁਤ ਅਸਰਦਾਰ। ਜੀ ਮੈਮ, ਜੀ ਮੈਮ, ਤੁਹਾਡੇ ਜਿਸ ਤਰੀਕੇ ਦੇ ਨਾਲ ਤੁਸੀਂ ਵੈਜੀਟੇਰੀਅਨ ਔਰ ਨਾਨ ਵੈਜ ਦਾ ਜ਼ਿਕਰ ਕੀਤਾ ਉਸ ਤਰ੍ਹਾਂ ਦਾ ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਕਹਿਣਾ ਬਣਦਾ ਕਿ ਵਾਹ ਸਵਾਦ ਆ ਗਿਆ। ਸੋ ਤੁਸੀਂ ਅਖੀਰ ਦੇ ਵਿੱਚ ਜੋ ਇਹ 2 ਟੋਟਕੇ ਦੱਸੇ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਦਰਸ਼ਕ ਨੇ ਜਿਨ੍ਹਾਂ ਨੇ ਐਵੇਂ ਟਰਾਈ ਕੀਤਾ ਹੋਏਗਾ ਜਾਂ ਫਿਰ ਜਿਹੜੇ ਦਰਸ਼ਕ ਨੇ ਨਹੀਂ ਟਰਾਈ ਕੀਤਾ ਉਹ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਸਾਨੂੰ ਦੱਸਿਓ ਫਿਰ ਕਿ ਕੀ ਤੁਹਾਨੂੰ ਵਾਕਿਆ ਹੀ ਉਦੋਂ ਦਾ ਸਵਾਦ ਆਇਆ ਜਿਸ ਤਰੀਕੇ ਦੇ ਨਾਲ ਮੈਮ ਨੇ ਦੱਸਿਆ ਤੇ ਮੈਮ ਦੀਆਂ ਗੱਲਾਂ ਦੇ ਵਿੱਚ ਸਵਾਦ ਆਇਆ। ਸੋ ਨਾਲ ਦੀ ਨਾਲ ਹੀ ਜਿਹੜੇ ਵੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਤੇ ਬੈਠੇ ਦਰਸ਼ਕ ਨੇ ਉਹ ਸਾਨੂੰ ਦੇਖ ਰਹੇ ਨੇ। ਅੱਜ ਮੈਮ ਨੇ ਜਿਵੇਂ ਪਟਮ ਮਹਿਲ ਦਾ ਜ਼ਿਕਰ ਕੀਤਾ, ਉੱਥੇ ਤੋਂ ਦੱਸਿਆ ਕਿ ਕਿਹੜੇ-ਕਿਹੜੇ ਖਾਣੇ ਸਵਾਦਿਸ਼ਟ ਨੇ, ਕਿਵੇਂ-ਕਿਵੇਂ ਤੁਸੀਂ ਉੱਥੇ ਜਾਓਗੇ, ਕੀ-ਕੀ ਚੀਜ਼ਾਂ ਉੱਥੇ ਦੇਖਣ ਨੂੰ ਮਿਲਣਗੀਆਂ। ਤਾਂ ਤੁਸੀਂ ਸਾਰਿਆਂ ਨੇ ਸਮਾਂ ਕੱਢ ਕੇ ਉੱਥੇ ਜ਼ਰੂਰ ਜਾਣਾ ਤੇ ਆਪਣੇ ਜਿਹੜਾ ਵੀ ਅਨੁਭਵ ਹੈ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ। ਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਣਾ। ਤੇ ਉਸ ਤੋਂ ਪਹਿਲਾਂ ਮੈਮ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਬਹੁਤ ਵਧੀਆ ਸਲੀਕੇ ਦੇ ਨਾਲ ਨਾਲੇ ਤਾਂ ਤੁਸੀਂ ਕਮਾਇਆ ਤੇ ਨਾਲੇ ਤੁਸੀਂ ਖਵਾਇਆ, ਜਿਸ ਦੇ ਲਈ ਮੈਨੂੰ ਲੱਗਦਾ ਵੀ ਅੱਜ ਜਿਹੜੇ ਦਰਸ਼ਕ ਨੇ ਬੇहद ਖੁਸ਼ ਹੋਏ ਹੋਣਗੇ। ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਮੈਂ ਵਾਰ-ਵਾਰ ਕਹਿੰਦੀ ਹਾਂ ਕਿ ਤੁਸੀਂ ਸਾਨੂੰ ਜ਼ਰੂਰ ਦੱਸਣਾ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੀ ਜੀ, ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।